वेलकम सत श्री अकाल जी। मैं हाँ हरजोत कौर हाजिर हाँ जी लैके तुहाडा अपना मनपसंद इमीग्रेशन शो उडारी विदेशा नू जी। ते 2022 दे विच स्टूडेंट्स जो है अपने सपनियां नू सही रस्ते ते चलते हुए साकार कर सकन। स्टडी वीज़ा अपडेट्स दी अज आपां गल कर रहे हैं, आस्ट्रेलिया यूएसए दी खास तौर ते गल करांगे क्योंकि बहुत सारे स्टूडेंट्स दे सवाल आ रहे हैं ते तुहाडे सवालां दे सारे जवाब तुहाडे तक पहुंचाने की पूरी कोशिश करांगे अज। ते साडे नाल अज स्टूडियो विच मौजूद ने जी स्टार फ्यूचर एजुकेशन एंड इमीग्रेशन सर्विसेज तो वीज़ा एक्सपर्ट छवि शर्मा जी। बहुत बहुत स्वागत है जी। सत श्री अकाल। सत श्री अकाल मैम। ते प्रोग्राम देख रहे सारे दर्शकों ਨੂੰ स्टार फ्यूचर एजुकेशन इमीग्रेशन सर्विसेज ਦੀ पूरी टीम ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ जी। बिल्कुल तो 2022 ਦੀ शुरुआत हो गई है। स्टूडेंट्स जो है एक नवी एनर्जी अपने आप जनरेट हो जाती है कि चलो ਅਸੀਂ अगर ये सोचे ਅਸੀਂ इस रस्ते ਤੇ ਚੱਲੀਏ ਤੇ ਤੁਹਾਡੀ गाइडेंस स्टूडेंट्स ਨੂੰ ਮਿਲੇ, ਇਸ ਲਈ ਅੱਜ ਤੁਹਾਨੂੰ ਅਸੀਂ ਸ਼ੋਅ ਦੇ ਵਿੱਚ ਇਨਵਾਈਟ ਕਰ ਰਹੇ ਹਾਂ। थैंक यू सो मच मैम। और प्रोग्राम देख रहे सारे दर्शकों ਨੂੰ ਸਭ ਤੋਂ ਪਹਿਲਾਂ स्टार फ्यूचर एजुकेशन इमीग्रेशन सर्विसेज ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੇ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ। ਬਿਲਕੁਲ ਅਗਰੀ ਕਿ ਨਵਾਂ ਸਾਲ ਹੈ, ਨਵਾਂ ਮਾਹੌਲ ਹੈ, ਨਵੇਂ ਚਾਹ, ਨਵੇਂ ਸੁਪਨੇ ਤੇ ਹਰ ਕੋਈ ਬਾਹਰ ਜਾਣਾ ਚਾਹੁੰਦਾ, ਆਪਣੇ ਸੁਪਨੇ ਪੂਰਾ ਕਰਨਾ ਚਾਹੁੰਦਾ ਆ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਕੋਵਿਡ ਦੀ ਰਿਸਟ੍ਰਿਕਸ਼ਨਸ ਦੇ ਕਾਰਨ ਜਿਹੜੇ ਸਟੂਡੈਂਟਸ ਨਹੀਂ ਜਾ ਸਕੇ, ਗੈਪ ਵੱਧ ਗਿਆ ਜਾਂ ਕੋਈ ਰਿਜੈਕਸ਼ਨਸ, ਕੈਨੇਡਾ ਤੋਂ ਬਹੁਤ ਜ਼ਿਆਦਾ ਰਿਜੈਕਸ਼ਨਸ ਆਈਆਂ ਨੇ, ਉਹ ਸਟੂਡੈਂਟ ਅਜੇ ਵੀ ਆਪਣੇ ਸੁਪਨਿਆਂ ਨੂੰ ਜੇ ਸਾਕਾਰ ਕਰਨਾ ਚਾਹੁੰਦੇ ਨੇ ਤੇ ਬਿਲਕੁਲ ਸਹੀ ਸੁਣਿਆ ਜੀ ਤੁਸੀਂ, ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੇ ਆਫਿਸਿਸ ਦੇ ਵਿੱਚ ਆ ਕੇ ਤੁਸੀਂ ਇਹ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ। ਸ਼ੁਰੂਆਤ ਕਰਨ ਤੋਂ ਪਹਿਲਾਂ ਜਾਂ ਅੱਗੇ ਹੋਰ ਅਸੀਂ ਕਿਹੜੀ ਕੰਟਰੀਜ਼ ਅੱਜ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਜੀ। ਬਿਲਕੁਲ ਅੱਜ मैं स्टार फ्यूचर इमीग्रेशन ਦੀ ऑनर इस मंच ਤੇ ਆ ਕੇ ਤੁਹਾਨੂੰ ਅਸੀਂ ਕਾਫੀ ਕੁਝ ਜਿਹੜਾ ਦੱਸਣਾ ਚਾਹੁੰਦੇ ਹਾਂ ਕਿਉਂਕਿ ਕਈ ਵਾਰ ਹੁੰਦਾ ਕਿ ਆਪ ऑनर ਕਦੀ ਨਹੀਂ ਮਿਲਦੇ ਜਾਂ ਜਿਨ੍ਹਾਂ ਦੀ ਕੰਪਨੀ ਉਹਨਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਕਿਹਨੇ ਡੀਲ ਕਰਨਾ, ਲੇਕਿਨ ਸਾਡੇ ਆਫਿਸ ਦੇ ਵਿੱਚ ਇਦਾਂ ਕੁਝ ਨਹੀਂ ਹੈ ਜੀ। ਮੇਰੀ ਆਪਣੀ ਕੰਪਨੀ ਹੈ ਜੀ, ਸਾਡਾ ਲਾਇਸੈਂਸ ਹੈ ਸਟਾਰ ਫਿਊਚਰ ਇਮੀਗ੍ਰੇਸ਼ਨ ਦਾ, ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਤੇ ਤੁਸੀਂ ਆਫਿਸ ਆ ਕੇ ਵੀ ਜਿਹੜਾ ਹੈਗਾ ਮੈਨੂੰ ਡਾਇਰੈਕਟ ਮਿਲ ਸਕਦੇ ਹੋ। ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ ਜੀ ਸਕਰੀਨ ਤੇ, ਨੋਟ ਕਰ ਸਕਦੇ ਹੋ। ਅੱਜ ਅਸੀਂ ਕਿਹੜੀ ਕੰਟਰੀ ਬਾਰੇ ਗੱਲ ਕਰਾਂਗੇ ਜ਼ਰੂਰ ਮੈਮ ਵੀ ਅੱਗੇ ਤੁਹਾਨੂੰ ਡਿਸਕਸ ਕਰਾਂਗੇ, ਲੇਕਿਨ ਇਹ ਸ਼ੋਅ ਬਿਲਕੁਲ ਇੱਕ ਵਧੀਆ ਉਮੀਦਾਂ ਲੈ ਕੇ ਸਟੂਡੈਂਟਸ ਵਾਸਤੇ ਆਇਆ ਹੈ ਜੀ। ਬਿਲਕੁਲ ਤੇ ਨਾਲ ਦੀ ਨਾਲ ਜੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਨੰਬਰ ਤਾਂ ਡਿਸਪਲੇ ਹੋ ਹੀ ਰਿਹਾ ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਇਹਨਾਂ ਦੇ ਆਫਿਸ ਦਾ ਸੈਕਟਰ 70 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਜਿਵੇਂ ਕਿ ਮੈਮ ਨੇ ਵੀ ਹੁਣ ਤੁਹਾਨੂੰ ਦੱਸਿਆ ਹੀ ਹੈ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਜੋ ਇਹਨਾਂ ਦੀ ਕੰਪਨੀ ਹੈ, ਸੋ ਇਸ ਕਰਕੇ ਵਿਸ਼ਵਾਸ ਆਟੋਮੈਟਿਕਲੀ ਬਣ ਜਾਂਦਾ ਹੈ ਕਿ ਕੋਈ ਇਹ ਨਹੀਂ ਤੁਸੀਂ ਸੋਚ ਸਕਦੇ ਕਿ ਵੀ ਅੱਜ ਕੱਲ੍ਹ ਅਸੀਂ ਬਹੁਤ ਦੇਖ ਰਹੇ ਹਾਂ ਕਿ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਨਿਤ ਨਵੀਂ ਜੋ ਹੈ ਕੰਪਨੀ ਆ ਰਹੀ ਹੈ। ਸੋ ਸਟੂਡੈਂਟਸ ਦੀ ਗੱਲ ਕਰ ਲਈਏ, ਪੇਰੈਂਟਸ ਦੀ ਗੱਲ ਕਰ ਲਈਏ, ਇੱਕ ਵਿਸ਼ਵਾਸ ਕਰਨਾ ਉਹਨਾਂ ਲਈ ਮੁਸ਼ਕਿਲ ਹੋ ਜਾਂਦਾ, ਪਰ ਜਿੱਥੇ ਗੱਲ ਆਉਂਦੀ ਹੈ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਤੇ ਕਿਤੇ ਨਾ ਕਿਤੇ ਭਰੋਸਾ ਬਣ ਜਾਂਦਾ। ਤੇ ਮੈਂ ਇੱਥੇ ਤੁਹਾਡੇ ਤੋਂ ਹੁਣ ਗੱਲ ਕਰਨਾ ਚਾਹੂੰਗੀ, ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਕੈਨੇਡਾ ਦੀ ਰਿਫਿਊਜ਼ਲਸ ਬਹੁਤ ਸਾਰੀਆਂ ਆਈਆਂ ਹੈ ਨਾ, ਤੇ ਆਸਟ੍ਰੇਲੀਆ ਨੂੰ ਲੈ ਕੇ ਅੱਜ ਦੀ ਡੇਟ ਵਿੱਚ ਆਪਾਂ ਕਿੰਨੀ ਕੁ ਵਧੀਆ ਆਪਸ਼ਨ ਸਟੂਡੈਂਟਸ ਨੂੰ ਮੰਨੀਏ ਔਰ ਕਿਹੋ ਜੀ ਪ੍ਰੋਫਾਈਲਸ ਨੂੰ, ਕਿਹੜੀਆਂ ਪ੍ਰੋਫਾਈਲਸ ਨੂੰ ਜੋ ਹੈ ਕੁਝ ਨਾ ਹੋ ਸੋਚਦੇ ਹੋਏ ਯੂਐਸਏ ਅਪਲਾਈ ਕਰ ਲੈਣਾ ਚਾਹੀਦਾ ਜੀ। ਬਿਲਕੁਲ ਮੈਮ ਅੱਜ ਸ਼ੋਅ ਦੇ ਵਿੱਚ ਇੱਕ ਹੋਰ ਗੱਲ ਸਭ ਤੋਂ ਬੜੀ ਇੰਪੋਰਟੈਂਟ ਮੈਂ ਕਹਿਣਾ ਚਾਹੁੰਦੀ ਹੁਣ, ਜਿਵੇਂ ਕਿ ਥਰਡ ਵੇਵ ਜਿਹੜੀ ਹੈ ਕੋਵਿਡ ਦੀ ਆ ਰਹੀ, ਓਮਿਕਰੋਨ ਨਵਾਂ ਇੱਕ ਵਾਇਰਸ ਆ ਰਿਹਾ ਹੈ, ਨਵੇਂ ਲੱਛਣ ਜਿਹੜੇ ਨੇ ਪਾਏ ਜਾਂਦੇ ਨੇ, ਸਿੰਪਟਮਸ ਪਾਏ ਜਾ ਰਹੇ ਨੇ ਲੋਕਾਂ ਦੇ ਵਿੱਚ ਆ ਕੇ, ਤੇ ਸਟੂਡੈਂਟਸ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਪਹਿਲਾਂ ਇਸ ਵਾਇਰਸ ਤੋਂ ਨਵੇਂ ਜਿਹੜਾ ਸਿੰਪਟਮ ਆ ਰਿਹਾ ਹੈ, ਹਲੇ ਤੱਕ ਜਿੱਦਾਂ ਅਫਵਾਹਾਂ ਚੱਲ ਰਹੀਆਂ ਜੀ ਲੋਕਡਾਊਨ ਲੱਗ ਜਾਊਗਾ, ਇੱਦਾਂ ਹੋ ਜਾਊਗਾ, ਹਲੇ ਤੱਕ ਇੱਦਾਂ ਕੁਝ ਵੀ ਨੋਟੀਫਿਕੇਸ਼ਨ ਨਹੀਂ ਆਈਆਂ। ਰਿਸਟ੍ਰਿਕਸ਼ਨਸ ਜ਼ਰੂਰ ਰਹਿਣਗੀਆਂ ਕਿ ਤੁਹਾਨੂੰ ਟੈਸਟ ਕਰਾਉਣਾ ਹੈ ਜਾਂ ਤੁਹਾਨੂੰ ਵੈਕਸੀਨੇਸ਼ਨ ਲਗਵਾਉਣੀ ਜ਼ਰੂਰੀ ਹੈ, ਕਿਉਂਕਿ ਹੁਣ ਵੀ ਤੁਸੀਂ ਦੇਖੋ ਰੀਸੈਂਟਲੀ ਸਾਡੇ ਬੱਚੇ ਕਾਫੀ ਇੱਦਾਂ ਦੇ ਬੱਚੇ ਨੇ ਜਿਹੜੇ ਆਸਟ੍ਰੇਲੀਆ ਗਏ ਨੇ, ਐਂਡ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਲ ਦੇ ਪਹਿਲੇ ਦਿਨ ਹੀ ਸਾਡੇ ਕਾਫੀ ਬੱਚੇ ਆਸਟ੍ਰੇਲੀਆ ਲੈਂਡ ਹੋਏ ਨੇ। ਸੋ ਇੱਕ ਵਧੀਆ ਉਮੀਦ ਸਾਨੂੰ ਇਸ ਸਾਲ ਤੋਂ ਦੇਖਣ ਨੂੰ ਮਿਲ ਰਹੀ ਹੈ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੇ ਵਿੱਚ ਖਾਸ ਕਰਕੇ। ਸੋ ਇਸ ਨਵੇਂ ਵਾਇਰਸ ਤੋਂ ਤੁਹਾਨੂੰ ਅਫਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ ਤੇ ਡਰਨ ਦੀ ਜ਼ਰੂਰਤ ਨਹੀਂ ਹੈ। ਹਜੇ ਤੱਕ ਕੋਈ ਵੀ ਇੱਦਾਂ ਦੀ ਨੋਟੀਫਿਕੇਸ਼ਨਸ ਨਹੀਂ ਆਈਆਂ ਅਲੱਗ-ਅਲੱਗ ਕੰਟਰੀ ਵੱਲੋਂ ਕਿ ਬੰਦ ਹੋਣਗੀਆਂ ਜਾਂ ਲਾਕਡਾਊਨ ਲੱਗੂਗਾ, ਇੱਦਾਂ ਦਾ ਕੁਝ ਨਹੀਂ ਹੈ। ਨਾਰਮਲ ਪ੍ਰੋਸੈਸ ਹਜੇ ਚੱਲ ਰਿਹਾ ਹੈ। ਪ੍ਰੋਪਰ ਵੈਕਸੀਨੇਟਿਡ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਅਲਾਉਡ ਹੈਗਾ ਟਰੈਵਲ ਕਰਨਾ, ਇਨਟੇਕ ਅਵੇਲੇਬਲ ਹੈਗੇ ਨੇ, ਮਿਲ ਰਹੇ ਨੇ ਹਰ ਮਹੀਨੇ ਦੇ ਇਨਟੇਕ, ਚਾਹੇ ਯੂਐਸਏ ਹੈ ਚਾਹੇ ਆਸਟ੍ਰੇਲੀਆ। ਅੱਜ ਅਸੀਂ ਇਸ ਮੰਚ ਤੇ ਦੋਨੋਂ ਕ੍ਰਾਈਟੇਰੀਆ ਬਾਰੇ ਗੱਲ ਕਰਾਂਗੇ ਕਿਉਂਕਿ ਯੂਐਸ ਐਂਡ ਆਸਟ੍ਰੇਲੀਆ ਦੋਨੋਂ ਡਿਫਰੈਂਟ ਹੈ। ਜੇ ਅਸੀਂ ਕੈਨੇਡਾ ਰਿਫਿਊਜ਼ਡ ਕੇਸਿਸ ਦੀ ਗੱਲ ਕਰਦੇ ਹਾਂ
ਤੇ ਜੀ ਬਿਲਕੁਲ ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ, ਨਾਟ ਲੈਸ ਦੈਨ 5.5 ਬੈਂਡ, ਓਵਰਆਲ 5.5 ਬੈਂਡ ਜਾਂ ਓਵਰਆਲ 6 ਬੈਂਡ। ਲੇਕਿਨ ਇੱਥੇ ਜਿਹੜੇ ਬੱਚਿਆਂ ਨੇ ਆਇਲਸ ਨਹੀਂ ਕੀਤੀ ਹੈ ਜਾਂ ਆਇਲਸ ਐਕਸਪਾਇਰ ਹੋ ਗਈ ਹੈ ਤਾਂ ਉਹ USA ਅਪਲਾਈ ਕਰ ਸਕਦੇ ਨੇ। USA ਸਭ ਤੋਂ ਬੈਸਟ ਇਸ ਟਾਈਮ ਆਪਸ਼ਨ ਹੈਗੀ ਵਿਦਆਊਟ ਆਇਲਸ। ਇੰਟਰਵਿਊ ਦੀ ਪ੍ਰੀਪਰੇਸ਼ਨ ਅਸੀਂ ਕਰਾਵਾਂਗੇ ਔਰ ਇਹਦੇ ਵਿੱਚ USA ਦੇ ਵਿੱਚ ਟਿਊਸ਼ਨ ਫੀਸ ਵੀ ਜਿਹੜੀ ਹੈਗੀ ਤੁਸੀਂ ਵੀਜ਼ੇ ਤੋਂ ਬਾਅਦ ਪੇ ਕਰਨੀ ਹੈ। ਸੋ ਇੱਥੇ ਤੁਹਾਨੂੰ ਦੋਨੋਂ ਕੰਟਰੀਜ਼ ਦੇ ਅੱਜ ਇਸ ਮੰਚ ਤੇ ਅਸੀਂ ਆਪਸ਼ਨਸ ਡਿਸਕਸ ਕਰਾਂਗੇ। ਡਿਸੀਜਨ ਤੁਹਾਡਾ ਹੋਏਗਾ, ਜੋ ਵੀ ਡਿਸੀਜਨ ਲੈਣਾ ਆਫਿਸ ਆ ਕੇ ਮਿਲ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਜੀ। ਬਿਲਕੁਲ। ਸੋ ਆਪਾਂ ਆਸਟ੍ਰੇਲੀਆ ਤੋਂ ਹੀ ਸ਼ੁਰੂਆਤ ਕਰਦੇ ਹਾਂ ਤੇ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਜਿਵੇਂ ਗੱਲ ਕੀਤੀ ਕਿ ਤੁਹਾਡੇ ਸਟੂਡੈਂਟ ਜੋ ਹੈ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਆਸਟ੍ਰੇਲੀਆ ਲੈਂਡ ਕਰ ਚੁੱਕੇ ਨੇ, ਸੋ ਵਾਕਈ ਖੁਸ਼ੀ ਦੀ ਗੱਲ ਹੈ। ਔਰ ਇੱਥੇ ਮੈਂ ਜਾਣਨਾ ਚਾਹੂੰਗੀ ਕਿ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੂੰ ਤੁਸੀਂ ਸੁਜੈਸਟ ਕਰਦੇ ਹੋ ਕਿ ਬਹੁਤ ਉਹਨਾਂ ਲਈ ਇਹ ਸੁਨਹਿਰਾ ਮੌਕਾ ਹੈ ਕਿ ਉਹਨਾਂ ਨੂੰ ਹੁਣ ਇਹ ਸਮਾਂ ਜੋ ਹੈ ਗਵਾਉਣਾ ਨਹੀਂ ਚਾਹੀਦਾ ਤੇ ਆਸਟ੍ਰੇਲੀਆ ਲਈ ਅਪਲਾਈ ਕਰ ਲੈਣਾ ਚਾਹੀਦਾ ਜੀ। ਬਿਲਕੁਲ। ਦੇਖੋ ਆਸਟ੍ਰੇਲੀਆ ਸ਼ੁਰੂ ਤੋਂ ਇੱਕ ਬੜੀ ਹੌਟ ਡੈਸਟੀਨੇਸ਼ਨ ਰਿਹਾ ਹੈ ਔਰ ਜੇ ਅਸੀਂ ਸਟਾਰ ਫਿਊਚਰ ਇਮੀਗ੍ਰੇਸ਼ਨ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿੱਚ ਹੀ ਸਾਡੀ ਕਾਫੀ ਸਾਲਾਂ ਤੋਂ ਐਕਸਪਰਟੀਜ਼ ਹੈਗੀਆਂ ਨੇ। ਹੁਣ ਤੱਕ ਕਾਫੀ ਸਟੂਡੈਂਟਸ ਜਿਹੜੇ ਨੇ ਅਸੀਂ ਆਸਟ੍ਰੇਲੀਆ ਭੇਜ ਚੁੱਕੇ ਹਾਂ ਔਰ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਸਾਡੇ ਕਾਫੀ ਸਟੂਡੈਂਟਸ ਹੈ ਜਿਹੜੇ ਆਸਟ੍ਰੇਲੀਆ 1 ਜਨਵਰੀ ਨੂੰ ਲੈਂਡ ਹੋਏ ਨੇ। ਸੋ ਕਾਫੀ ਵਧੀਆ ਗੱਲ ਹੈ, ਇੱਕ ਨਵਾਂ ਉਤਸ਼ਾਹ ਸਾਨੂੰ ਮਿਲਦਾ ਆਉਣ ਵਾਲੇ ਟਾਈਮ ਦੇ ਵਿੱਚ। ਇਹ ਤੋਂ ਪਤਾ ਲੱਗਦਾ ਕਿ ਆਸਟ੍ਰੇਲੀਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਰਿਜ਼ਲਟਸ ਜਿਹੜਾ ਸਕਸੈਸ ਰੇਟ ਬਹੁਤ ਅੱਛਾ ਰਹੇਗਾ। ਜੀ ਜੀ ਜੀ। ਜੇ ਅਸੀਂ ਕ੍ਰਾਈਟੇਰੀਆ ਦੀ ਗੱਲ ਕਰਦੇ ਹਾਂ, ਹਰ ਲੈਵਲ ਇੱਕ ਸੈੱਟ ਹੈ ਆਸਟ੍ਰੇਲੀਆ ਦੇ ਵਿੱਚ। ਜੇ ਅਸੀਂ ਗੱਲ ਕਰਦੇ ਹਾਂ ਕਿ ਜੇ ਤੁਹਾਡਾ ਗੈਪ ਨਹੀਂ ਹੈ, ਤੁਹਾਡੇ ਓਵਰਆਲ 5.5 ਬੈਂਡ ਆ, ਓਵਰਆਲ 6 ਬੈਂਡ ਹੈ, ਤੁਸੀਂ ਲੈਵਲ 1 ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਹੋ, ਤੁਹਾਡਾ ਸਕਸੈਸ ਰੇਟ ਹੈ ਜਿਹੜਾ 99.9% ਹੁੰਦਾ ਹੈ। ਜੇ ਤੁਹਾਡਾ 2 ਸਾਲ ਦਾ ਗੈਪ ਹੈਗਾ ਆ, ਓਵਰਆਲ 5.5 ਬੈਂਡ ਹੈਗੇ ਨੇ, ਫਿਰ ਤੁਸੀਂ ਲੈਵਲ 2 ਦੀ ਕੈਟਾਗਰੀ ਦੇ ਵਿੱਚ ਆ ਜਾਂਦੇ, ਸਕਸੈਸ ਰੇਟ ਜਿਹੜਾ ਹੈਗਾ ਤੁਹਾਡਾ 80 to 85% ਹੋ ਜਾਂਦਾ। ਇਸ ਤੋਂ ਬਾਅਦ ਜਿਹੜੇ 5-6 ਸਾਲ ਗੈਪ ਵਾਲੇ ਸਟੂਡੈਂਟਸ ਹੈਗੇ ਨੇ, overall 6 not less than 5.5 each ਜਾਂ not less than 6 each ਹੈਗਾ ਆ ਤੇ ਇਦਾਂ ਦੇ ਜਿਹੜੇ ਐਪਲੀਕੈਂਟ ਹੈਗੇ ਨੇ ਇਹਨਾਂ ਦਾ ਸਕਸੈਸ ਰੇਟ ਥੋੜਾ ਜਿਹਾ ਘਟ ਜਾਂਦਾ ਹੈ। ਲੇਕਿਨ ਜੇ ਤੁਹਾਡੇ ਕੋਲ ਜੈਨੂਇਨ ਐਕਸਪੀਰੀਅੰਸ ਹੈਗਾ ਆ, ਆਪਣੇ ਗੈਪ ਨੂੰ ਜੈਨੂਇਨ ਤਰੀਕੇ ਨਾਲ ਜਸਟੀਫਾਈ ਕਰਨ ਦੇ ਤੁਹਾਡੇ ਕੋਲ ਰੀਜ਼ਨਸ ਹੈਗੇ ਨੇ, ਡਾਕੂਮੈਂਟੇਸ਼ਨਸ ਹੈਗੀਆਂ ਨੇ, ਤਾਂ ਕੋਈ ਪ੍ਰੋਬਲਮ ਨਹੀਂ ਹੈ, ਤਾਂ ਵੀ ਅੱਛੀ ਲੈਵਲ ਦੀ ਯੂਨੀਵਰਸਿਟੀਜ਼ ਵਿੱਚੋਂ ਤੁਹਾਡਾ ਵੀਜ਼ਾ ਨਿਕਲ ਸਕਦਾ ਹੈ। ਸੋ ਕੁਝ ਲੈਵਲ ਦੇ ਵਿੱਚ ਅਸੀਂ ਅਲੱਗ-ਅਲੱਗ ਤੋਂ ਜਿਹੜਾ ਕੈਟਾਗਰੀਜ਼ ਕੀਤੀਆਂ ਹੋਈਆਂ ਨੇ ਖਾਸ ਕਰਕੇ ਐਪਲੀਕੈਂਟਸ ਦੀਆਂ। ਸੋ ਜਿਹੜੀ ਵੀ ਐਪਲੀਕੈਂਟ ਦੀ ਕੈਟਾਗਰੀ ਬਣਦੀ ਹੋਏਗੀ ਉਸ ਹਿਸਾਬ ਨਾਲ ਅਸੀਂ ਤੁਹਾਨੂੰ ਐਡਵਾਈਸ ਦਿੰਦੇ ਹਾਂ ਔਰ ਸਾਡਾ ਜਿਹੜਾ ਰਿਜ਼ਲਟ ਹੈ ਇਸ ਅਕੋਰਡਿੰਗਲੀ 99.9% ਰਹਿੰਦਾ ਆਸਟ੍ਰੇਲੀਆ ਦਾ। ਤੇ ਹੁਣ ਤੱਕ ਇਦਾਂ ਦਾ ਕੋਈ ਵੀਜ਼ਾ ਨਹੀਂ ਹੈ ਜਿਹੜਾ ਸਾਨੂੰ ਲੱਗਦਾ ਹੋਵੇ ਕਿ ਕਿਸੇ ਵੀ ਤਰੀਕੇ ਦੀ ਅਣਗਹਿਲੀ ਕਾਰਨ ਜਾਂ ਨੈਗਲੀਜੈਂਸੀ ਕਾਰਨ ਰਿਫਿਊਜ਼ ਹੋਇਆ ਹੋਵੇ। ਜੀ 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 ਜੀ। ਐਂਡ ਆਫ ਦਾ ਮੂਮੈਂਟ ਲੱਕ ਵੀ ਕੁਝ ਮੈਟਰ ਕਰਦਾ। ਕਦੀ ਹੋ ਜਾਂਦਾ ਕਿ ਲੱਕ ਹੈ ਬੱਚੇ ਦੀ ਜਾਂ ਕਿਸੇ ਦਾ ਵੀਜ਼ਾ ਨਹੀਂ ਆਇਆ। ਦੇਖੋ ਕਿਸੇ ਵੀ ਇਸ ਟਾਈਮ ਇਮੀਗ੍ਰੇਸ਼ਨ ਕੰਪਨੀ ਦਾ 100% ਸਕਸੈਸ ਰੇਟ ਨਹੀਂ ਹੁੰਦਾ। ਜੈਸੇ ਕਿਸੇ ਵੀ ਕੰਪਨੀ ਦੀ ਗੱਲ ਕਰੇ ਤੇ ਹਰ ਕੋਈ 50 ਫਾਈਲਾਂ ਲਾਉਂਦੇ ਨੇ ਤੇ 5-10 ਵੀਜ਼ੇ ਹੀ ਆਉਂਦੇ ਨੇ। ਬਟ ਸਟਾਰ ਫਿਊਚਰ ਦੇ ਵਿੱਚ ਜੇ ਅਸੀਂ 50 ਫਾਈਲਸ ਅਪਲਾਈ ਕੀਤੀਆਂ ਨੇ ਤੇ ਅਰਾਊਂਡ ਸਾਡੀ 45 ਫਾਈਲਸ ਦਾ ਰਿਜ਼ਲਟ ਆਇਆ ਹੈ ਆਸਟ੍ਰੇਲੀਆ ਦੇ ਵਿੱਚ। ਸੋ ਕਾਫੀ ਅੱਛੇ ਸਕਸੈਸ ਰੇਟ ਦੇ ਨਾਲ ਅਸੀਂ ਆਸਟ੍ਰੇਲੀਆ ਪ੍ਰਮੋਟ ਕਰ ਰਹੇ ਹਾਂ ਸ਼ੁਰੂ ਤੋਂ ਹੀ 7-8 ਸਾਲ ਹੋ ਗਏ। ਤੇ ਹੁਣ ਜਿਹੜੇ ਐਪਲੀਕੈਂਟ ਜਾਣਾ ਚਾਹੁੰਦੇ ਨੇ ਬਹੁਤ ਇੱਕ ਸੁਨਹਿਰੀ ਮੌਕਾ ਹੈਗਾ ਆ। ਫੈਬਰੂਰੀ ਜਾਂ ਮਾਰਚ ਇਨਟੇਕ ਉਹਨਾਂ ਨੂੰ ਮਿਲੂਗਾ ਔਰ ਇੱਕ ਸਾਡੇ ਵੱਲੋਂ ਜ਼ਰੂਰ ਰਹਿੰਦਾ ਕਿ ਜਦੋਂ ਵੀ ਐਪਲੀਕੈਂਟ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰਦਾ ਵਿਦਿਨ ਦਾ ਵੀਕ ਅਸੀਂ ਉਹਦੀ ਆਫਰ ਲੈਟਰ ਮੰਗਾ ਕੇ 10 to 15 ਡੇਜ਼ ਦੇ ਵਿੱਚ ਹੀ ਅਸੀਂ ਫਾਈਲ ਉਹਦੀ ਐਮਬੈਸੀ ਦੇ ਵਿੱਚ ਲਗਾ ਦਿੰਦੇ ਹਾਂ ਇਨਟੇਕ ਦੇ ਲਈ। ਸੋ ਤੁਹਾਡਾ ਟਾਈਮ ਵੇਸਟ ਨਹੀਂ ਹੁੰਦਾ, ਬਹੁਤ ਹੀ ਘੱਟ ਟਾਈਮ ਦੇ ਵਿੱਚ ਜਿਹੜਾ ਐਪਲੀਕੈਂਟ ਨੂੰ ਰਿਜ਼ਲਟ ਇੱਥੇ ਮਿਲ ਜਾਂਦਾ ਆਸਟ੍ਰੇਲੀਆ ਦੇ ਵਿੱਚ। ਔਰ ਅਸੀਂ ਲੈਵਲ 1 ਦੇ ਹੀ ਕਾਲਜਸ ਐਂਡ ਯੂਨੀਵਰਸਿਟੀਜ਼ ਦੇ ਨਾਲ ਡੀਲ ਕਰਦੇ ਹਾਂ ਜਿੱਥੇ ਕਿ ਸਕਸੈਸ ਰੇਟ ਜਿਹੜਾ ਤੁਹਾਡਾ ਸਭ ਤੋਂ ਜ਼ਿਆਦਾ ਰਹਿੰਦਾ ਹੈ। ਜੀ ਬਿਲਕੁਲ। ਸੋ ਬਿਲਕੁਲ ਕੈਟਾਗਰੀ ਵਾਈਜ਼ ਤੁਹਾਨੂੰ ਸਮਝਾਇਆ ਗਿਆ ਕਿ ਕਿਵੇਂ ਸਟੂਡੈਂਟਸ ਜੋ ਹੈ ਅਪਲਾਈ ਕਰ ਸਕਦੇ ਨੇ। ਗੱਲ ਉੱਥੇ ਆ ਜਾਂਦੀ ਹੈ ਕਿ ਹਰੇਕ ਸਟੂਡੈਂਟ ਦੀ ਪ੍ਰੋਫਾਈਲ ਜੋ ਹੈ ਡਿਫਰੈਂਟ ਹੁੰਦੀ ਹੈ, ਇਸ ਕਰਕੇ ਉਸਨੂੰ ਉਸਦੀ ਅਸੈਸਮੈਂਟ ਕਰਨੀ ਪਹਿਲਾਂ ਬਹੁਤ ਜ਼ਰੂਰੀ ਰਹਿੰਦੀ ਹੈ ਕਿ ਦੇਖਿਆ ਜਾਏ ਕਿੱਥੇ ਕੋਈ ਕਮੀ ਹੈ, ਕਿੱਥੇ ਕੋਈ ਪਲੱਸ ਪੁਆਇੰਟ ਹੈ, ਉਸਾਂ ਚੀਜ਼ਾਂ ਨੂੰ ਵੇਖ ਕੇ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਹੈ। ਸੋ ਇਹੀ ਇੱਕ ਚੰਗੇ ਕੰਸਲਟੈਂਟ ਦੀ ਪਹਿਚਾਣ ਹੁੰਦੀ ਹੈ। ਤੇ ਇੱਥੇ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਲਾਈਕ ਆਪਾਂ ਸੁਣਨੇ ਲਗਾਤਾਰ ਕਿ ਕੈਨੇਡਾ ਵਿੱਚ ਜੋ ਹੈ ਇੱਕ ਸੌਫਟਵੇਅਰ ਦੇ ਥਰੂ ਜੋ ਹੈ ਫਾਈਲਸ ਅਸੈਸਮੈਂਟ ਕੀਤੀ ਜਾ ਰਹੀ ਹੈ, ਰਿਫਿਊਜ਼ਲਸ ਆ ਰਹੇ ਨੇ ਤੇ ਸਟੂਡੈਂਟਸ ਕਈ ਵਾਰੀ ਦੇਖਦੇ ਨੇ ਕਿ ਰਿਫਿਊਜ਼ਲ ਲੱਗੀ ਉਸ ਤੋਂ ਬਾਅਦ ਫਿਰ ਦੁਬਾਰਾ ਰੀਅਪਲਾਈ ਕਰੀ ਜਾ ਰਹੇ ਨੇ। ਕੀ ਉੱਥੇ ਚਾਂਸਸ ਲੱਗਦੇ ਨੇ ਕਿ ਸਟੂਡੈਂਟਸ ਨਾ ਗਲਤ ਡਿਸੀਜਨ ਲੈਣ, ਬਾਰ-ਬਾਰ ਉੱਥੇ ਨਾ ਰੀਅਪਲਾਈ ਕਰਨ ਕੈਨੇਡਾ ਔਰ ਆਸਟ੍ਰੇਲੀਆ ਵੱਲ ਮੂਵ ਕਰਨ? ਬਿਲਕੁਲ। ਜਿਹੜੇ ਵੀ ਕੈਨੇਡਾ ਬੱਚਿਆਂ ਦੀ ਰਿਫਿਊਜ਼ਲਸ ਹੈਗੀਆਂ ਨੇ ਓਵਰਆਲ 5.5 ਬੈਂਡ ਹੈ, ਓਵਰਆਲ 6 ਬੈਂਡ ਹੈਗੇ, ਨਾਟ ਲੈਸ ਦੈਨ 5.5 ਗੈਪ ਨਹੀਂ ਹੈਗਾ ਤੇ ਹੁਣ ਬਾਰ-ਬਾਰ ਰੀਅਪਲਾਈ ਕਰਕੇ ਆਪਣਾ ਗੈਪ ਨਾ ਵਧਾਉਣ ਤੇ ਆਪਣਾ ਪ੍ਰੋਫਾਈਲ ਖਰਾਬ ਨਾ ਕਰਨ, ਬਿਨਾਂ ਸੋਚੇ ਸਮਝੇ ਉਹ ਕਮਿੰਗ ਇਨਟੇਕ ਦੇ ਵਿੱਚ ਆਸਟ੍ਰੇਲੀਆ ਅਪਲਾਈ ਕਰ ਸਕਦੇ ਨੇ ਔਰ ਬਹੁਤ ਹੀ ਘੱਟ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਫਾਈਲ ਦਾ ਰਿਵਰਟ ਵੀ ਮਿਲ ਜਾਊਗਾ। ਸੋ ਜਿਹੜੇ ਐਪਲੀਕੈਂਟ ਇਸ ਟਾਈਮ ਰਿਫਿਊਜ਼ਡ ਕੇਸਿਸ ਹੈਗੇ ਨੇ ਕੈਨੇਡਾ ਦੇ ਉਹ ਜਲਦੀ ਤੋਂ ਜਲਦੀ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰਨ। ਆਸਟ੍ਰੇਲੀਆ ਉਹਨਾਂ ਨੂੰ 99
99.9% ਹੈ ਜਿਹੜਾ ਵੀਜ਼ਾ ਲੈ ਕੇ ਦੇਵਾਂਗੇ। ਕਿਉਂਕਿ ਦੇਖੋ ਆਸਟ੍ਰੇਲੀਆ ਇਸ ਟਾਈਮ ਕਾਫੀ ਅੱਛਾ ਰਿਜ਼ਲਟਸ ਦੇ ਰਿਹਾ ਹੈ, ਕਿਉਂਕਿ ਕੋਵਿਡ ਦੇ ਦੌਰਾਨ ਆਸਟ੍ਰੇਲੀਆ ਹੀ ਸਭ ਤੋਂ ਜ਼ਿਆਦਾ ਦੇਰ ਤੱਕ ਬੰਦ ਰਿਹਾ ਸੀਗਾ, ਵੀਜ਼ਾਸ ਨਹੀਂ ਆਏ ਸੀ, ਬੱਚੇ ਨਹੀਂ ਗਏ, ਬੱਚੇ ਪੜ੍ਹ ਨਹੀਂ ਰਹੇ ਥੇ, ਇਕੋਨਮੀ ਨੂੰ ਵੀ ਕਾਫੀ ਵੱਡਾ ਉੱਥੇ ਲਾਸ ਹੋਇਆ। ਹੁਣ ਆਸਟ੍ਰੇਲੀਆ ਲਾਸ ਨੂੰ ਪੂਰਾ ਤਾਂ ਕਰਨਾ ਚਾਹੁੰਦਾ ਹੈ, ਲੇਕਿਨ ਉਹਨਾਂ ਨੇ ਸਟੂਡੈਂਟਸ ਨੂੰ ਕੈਟਾਗਰਾਈਜ਼ ਕੀਤਾ ਹੋਇਆ, ਔਰ ਅਸੀਂ ਵੀ ਉਸੇ ਕੈਟਾਗਰੀਜ਼ ਨੂੰ ਦੇਖਦੇ ਹੋਏ ਪ੍ਰੋਫਾਈਲਸ ਨੂੰ ਅਸੀਂ ਕਮਿਟਮੈਂਟਸ ਕਰਦੇ ਹਾਂ। ਸੋ ਜੋ ਵੀ ਤਰੀਕੇ ਦੀਆਂ ਕਮਿਟਮੈਂਟਸ ਅਸੀਂ ਕਰ ਰਹੇ ਹਾਂ, ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਉਹ ਕਮਿਟਮੈਂਟਸ ਤੇ ਖਰੇ ਉਤਰੀਏ। ਸੋ ਜੇ ਤੁਸੀਂ ਸਾਡਾ ਸ਼ੋਅ ਦੇਖ ਰਹੇ ਹੋ, ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਹੋ, ਇਹ USA ਤੋਂ ਰਿਫਿਊਜ਼ ਹੋ, ਆਸਟ੍ਰੇਲੀਆ ਹਜੇ ਅਪਲਾਈ ਨਹੀਂ ਕੀਤਾ, ਗੈਪ ਜ਼ਿਆਦਾ ਨਹੀਂ ਹੈਗਾ ਜਾਂ 5.5 ਓਵਰਆਲ ਬੈਂਡ ਹੈ, ਤੇ ਤੁਸੀਂ ਬਿਨਾਂ ਸੋਚੇ ਸਮਝੇ ਸਾਡੇ ਫੋਨ ਨੰਬਰਾਂ ਤੇ ਕਾਲ ਕਰੋ, ਅਪਾਇੰਟਮੈਂਟ ਲੈ ਕੇ ਆਫਿਸ ਵਿਜ਼ਿਟ ਕਰੋ। ਕਿਉਂਕਿ ਦੇਖੋ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ, ਅਸੀਂ ਆਪਣੀ ਲਾਇਸੈਂਸ ਦੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਤੁਹਾਨੂੰ ਗਾਈਡੈਂਸ ਦਵਾਂਗੇ ਤੁਹਾਡੀ ਆਪਣੀ ਡ੍ਰੀਮ ਡੈਸਟੀਨੇਸ਼ਨ ਬਾਰੇ। ਸੋ ਜਿਹੜੇ ਵੀ ਪੈਰੈਂਟਸ ਖਾਸ ਕਰਕੇ ਦੇਖ ਰਹੇ ਨੇ ਸਾਡਾ ਸ਼ੋਅ, ਆਪਣੇ ਪੈਸੇ ਦੀ ਵੈਲਿਊ ਨੂੰ ਸਮਝੋ, ਕਿਉਂਕਿ ਸਟਾਰ ਫਿਊਚਰ ਇਮੀਗ੍ਰੇਸ਼ਨ ਦੇ ਵਿੱਚ ਅੱਜ ਤੱਕ ਕਦੇ ਵੀ ਕਿਸੇ ਦੇ ਪੈਸੇ ਦਾ ਨੁਕਸਾਨ ਨਹੀਂ ਹੋਇਆ। ਅਸੀਂ ਕਾਫੀ ਟਾਈਮ ਤੋਂ ਇਹ ਸ਼ੋਅ ਕਰ ਰਹੇ ਹਾਂ, ਕਾਫੀ ਟਾਈਮ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ, ਆਫਿਸ ਇੱਕੋ ਹੀ ਜਗ੍ਹਾ ਆ, ਕਾਫੀ ਬੱਚੇ ਆਪਣੇ ਬਾਹਰ ਜਾਣ ਦਾ ਸੁਪਨਾ ਜਿਹੜਾ ਉਹ ਪੂਰਾ ਕਰ ਚੁੱਕੇ ਨੇ। ਔਰ ਆਸਟ੍ਰੇਲੀਆ ਦੀ ਗੱਲ ਕਰੀਏ, ਚਾਹੇ ਤੁਸੀਂ +2 ਹੋ, ਚਾਹੇ ਬੈਚਲਰਸ ਹੈ, ਮਾਸਟਰਸ ਹੈ, ਜਾਂ ਤੁਸੀਂ ਸਪਾਊਸ ਕੇਸ ਅਪਲਾਈ ਕਰਨਾ ਆ, ਕੋਈ ਪ੍ਰੋਬਲਮ ਨਹੀਂ ਹੈ, ਹਰ ਤਰੀਕੇ ਦੇ ਕੇਸਿਸ ਨਾਲ ਅਸੀਂ ਡੀਲ ਕਰਦੇ ਹਾਂ। ਔਰ ਜਿਹੜੇ ਵੀ ਐਪਲੀਕੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, ਅਸੀਂ ਉਹਨਾਂ ਦੇ ਪ੍ਰੋਫਾਈਲ ਦੇ ਅਕੋਰਡਿੰਗਲੀ ਹੀ ਜਿਹੜਾ ਹੈਗਾ ਉਹਨਾਂ ਨੂੰ ਸੁਜੈਸਟ ਕਰਦੇ ਹਾਂ ਕਿ ਕਿਸ ਤਰੀਕੇ ਦੇ ਲੈਵਲ ਔਰ ਯੂਨੀਵਰਸਿਟੀਜ਼ ਜਾਂ ਕਾਲਜਸ ਦੇ ਵਿੱਚ ਅਪਲਾਈ ਕਰ ਸਕਦੇ ਨੇ, ਔਰ ਬਹੁਤ ਹੀ ਘੱਟ ਖਰਚੇ। ਜੀ ਬਿਲਕੁਲ। ਤੇ ਦੂਜੀ ਵੀ ਆਪਾਂ ਗੱਲ ਕਰ ਲਈਏ, ਜੋ ਆਪਾਂ ਕਹਿ ਰਹੇ ਸੀ ਕਿ ਆਇਲਸ ਕਈ ਵਾਰ ਜੋ ਕਲੀਅਰ ਨਹੀਂ ਕਰ ਪਾਉਂਦੇ ਜਾਂ ਫਿਰ ਉਹਨਾਂ ਦਾ ਆਇਲਸ ਜੋ ਹੈ ਐਕਸਪਾਇਰ ਹੋ ਚੁੱਕਿਆ ਹੈ, ਤਾਂ ਵਿਦਆਊਟ ਆਇਲਸ ਆਪਸ਼ਨ USA ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਉਹਦੇ ਵੀ ਜ਼ਰੂਰ ਆਪਾਂ ਡਿਟੇਲਸ ਜੋ ਹੈ ਦਰਸ਼ਕਾਂ ਨੂੰ ਦੱਸੀਏ। ਕਿਉਂਕਿ ਮੈਂ ਜਿਵੇਂ ਗੱਲ ਕਰ ਰਹੀ ਹਾਂ ਕਿ ਕੈਨੇਡਾ ਤੋਂ ਬਾਅਦ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸਪੈਸ਼ਲੀ ਆਇਲਸ ਨੂੰ ਲੈ ਕੇ ਅਗਰ ਆਪਾਂ ਫੋਕਸ ਹੋ ਕੇ ਗੱਲ ਕਰੀਏ, ਆਇਲਸ ਕਲੀਅਰ ਨਹੀਂ ਕਰ ਪਾਉਂਦੇ ਸਟੂਡੈਂਟਸ, ਉਹਨਾਂ ਲਈ ਇੱਕ ਚੰਗੀ ਆਪਸ਼ਨ USA ਕਹਿ ਸਕਦੇ ਹਾਂ। ਜੀ ਬਿਲਕੁਲ ਮੈਮ, ਜੇ ਅਸੀਂ ਆਇਲਸ ਦੀ ਗੱਲ ਕਰੀਏ ਕਿ ਬਹੁਤ ਇਹੋ ਜਿਹੇ ਬੱਚੇ ਹੈਗੇ ਨੇ ਜਿਨ੍ਹਾਂ ਦੀ ਆਇਲਸ ਐਕਸਪਾਇਰ ਹੋ ਚੁੱਕੀ ਹੈ, ਜਾਂ ਜਿਹੜੇ ਆਇਲਸ ਨਹੀਂ ਕਰਨਾ ਚਾਹੁੰਦੇ, ਜਾਂ ਗੈਪ ਜ਼ਿਆਦਾ ਹੈਗਾ, ਜਾਂ ਆਸਟ੍ਰੇਲੀਆ ਤੋਂ ਵੀ ਰਿਫਿਊਜ਼ ਹੈਗਾ, ਜਾਂ ਕੈਨੇਡਾ ਤੋਂ ਰਿਫਿਊਜ਼ ਹੈ, USA ਜਾਣਾ ਚਾਹੁੰਦੇ, ਇਹ ਵੈਸੇ ਹੀ ਬੱਚੇ USA ਜਾ ਕੇ ਪੜ੍ਹਨਾ ਚਾਹੁੰਦੇ ਨੇ, ਤੇ ਵਿਦਆਊਟ ਆਇਲਸ USA ਅਪਲਾਈ ਕਰ ਸਕਦੇ ਨੇ। ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ USA ਇੱਕ ਇੰਟਰਵਿਊ ਬੇਸਡ ਵੀਜ਼ਾ ਹੈਗਾ ਆ। ਜੇ ਤੁਸੀਂ ਉੱਥੇ ਜਾ ਕੇ ਇੰਟਰਵਿਊ ਦਿੰਦੇ ਹੋ, ਆਪਣੇ ਸਵਾਲਾਂ ਦਾ, ਉਹਨਾਂ ਦੇ ਸਵਾਲਾਂ ਦਾ ਕੌਨਫੀਡੈਂਟਲੀ ਤਰੀਕੇ ਨਾਲ ਤੁਸੀਂ ਜਵਾਬ ਦਿੰਦੇ ਹੋ, ਤੇ ਤੁਹਾਨੂੰ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ। ਦੇਖੋ, ਉਸ ਇੰਟਰਵਿਊ ਦੀ ਤਿਆਰੀ ਕਰਵਾਉਣਾ ਸਾਡੇ ਐਕਸਪਰਟੀਜ਼ ਦੇ ਹੱਥ ਹੈ, ਔਰ ਸਾਡੇ ਐਕਸਪਰਟੀਜ਼ ਹੀ ਕਹਿੰਦੀਆਂ ਨੇ ਕਿ ਕਿਸ ਤਰ੍ਹਾਂ ਦੇ ਸਵਾਲ ਤੁਹਾਡੇ ਕੋਲ ਪੁੱਛੇ ਜਾਂਦੇ ਨੇ। ਦੇਖੋ, ਆਇਲਸ ਦੇ ਪੇਪਰ 'ਚ ਤੁਸੀਂ ਇੰਨੇ ਘੰਟੇ ਬਹਿ ਕੇ ਪੇਪਰ ਦੇਣਾ ਹੁੰਦਾ, ਹਰ ਤਰੀਕੇ ਦੇ ਸੈਗਮੈਂਟਸ ਨੂੰ ਤੁਸੀਂ ਪਾਸ ਕਰਨਾ ਹੁੰਦਾ, ਲੇਕਿਨ ਇੱਥੇ ਤਾਂ ਸਾਨੂੰ ਪਤਾ ਹੀ ਹੈ ਕਿ ਵੀਜ਼ਾ ਆਫਿਸਰ ਤੁਹਾਡੇ ਤੋਂ ਕੀ ਪੁੱਛਣਾ ਚਾਹੁੰਦਾ ਹੈ, ਜਾਂ ਤੁਸੀਂ ਉਸ ਨੂੰ ਕੀ ਦੱਸਣਾ। ਤਾਂ ਕੁਝ ਗਿਣੇ ਚੁਣੇ ਸਵਾਲ ਹੀ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਅਸੀਂ ਤੁਹਾਨੂੰ ਤਿਆਰ ਕਰਵਾਉਂਦੇ ਹਾਂ, ਔਰ ਕਾਫੀ ਇੱਦਾਂ ਦੇ ਦਿਨ ਹੁੰਦੇ ਨੇ, ਕਾਫੀ ਇੱਕ ਵਧੀਆ ਟਾਈਮ ਪੀਰੀਅਡ ਤੁਹਾਨੂੰ ਅਸੀਂ ਦਿੰਦੇ ਹਾਂ ਕਿ ਜਿਹਦੇ ਨਾਲ ਸਫੀਸ਼ੀਐਂਟ ਟਾਈਮ ਹੁੰਦਾ ਕਿ ਤੁਸੀਂ ਆਪਣੀ ਪ੍ਰਿਪਰੇਸ਼ਨ ਹੈ ਜਿਹੜੀ ਇੰਟਰਵਿਊ ਦੀ ਕਰ ਸਕੋ। ਸੋ ਇੰਟਰਵਿਊ ਕਲੀਅਰ ਕਰਵਾਉਣਾ ਜਿਹੜਾ ਉਹ ਕਿਤੇ ਨਾ ਕਿਤੇ ਅਸੀਂ ਕਾਫੀ ਜ਼ਿਆਦਾ ਹੱਦ ਤੱਕ ਬੱਚੇ ਨੂੰ ਪ੍ਰਿਪੇਅਰ ਕਰਵਾ ਦਿੰਦੇ ਹਾਂ। ਵਿਦਆਊਟ ਆਇਲਸ ਆਫਰ ਲੈਟਰ I-20 ਅਸੀਂ ਕਢਵਾ ਕੇ ਦਿੰਦੇ ਹਾਂ ਬੱਚੇ ਨੂੰ, ਸੈਵਿਜ ਫੀਸ ਬੱਚਾ ਆਪਣੀ ਭਰਦਾ ਆ, ਔਰ ਇਹਦੇ ਵਿੱਚ ਬਾਕੀ ਜਿਹੜੇ ਪੈਸੇ ਨੇ ਤੁਸੀਂ ਵੀਜ਼ੇ ਤੋਂ ਬਾਅਦ ਹੀ ਦੇਣੇ ਨੇ। ਹਰ ਮਹੀਨੇ ਇਨਟੇਕ ਹੈਗਾ ਆ, ਜਿੱਦਾਂ ਤੁਹਾਡੀ ਇੰਟਰਵਿਊ ਔਰ I-20 ਤੁਹਾਡੀ ਆਫਰ ਲੈਟਰ ਔਰ I-20 ਆ ਜਾਂਦੀ ਹੈ, ਉਸ ਤੋਂ ਬਾਅਦ ਅੰਬੈਸੀ ਦੇ ਵਿੱਚ ਅਸੀਂ ਤੁਹਾਡਾ ਇੰਟਰਵਿਊ ਕੰਡਕਟ ਕਰਵਾਉਂਦੇ ਹਾਂ, ਲੇਕਿਨ ਉਹਦੀ ਪ੍ਰਿਪਰੇਸ਼ਨ ਜਿਹੜੀ ਸਾਡੀ ਟੀਮ ਹੀ ਕਰਵਾਉਂਦੀ ਹੈ ਤੁਹਾਨੂੰ। ਸੋ ਨੋ ਨੀਡ ਟੂ ਵਰੀ, ਜਿਨ੍ਹਾਂ ਦਾ ਗੈਪ ਵੀ ਹੈਗਾ ਆ, ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਬਾਹਰ ਜਾਣਾ ਚਾਹੁੰਦੇ ਨੇ, ਉਹ USA ਵਿਦਆਊਟ ਆਇਲਸ ਵੀ ਜਿਹੜਾ ਅਪਲਾਈ ਕਰ ਸਕਦੇ ਨੇ ਘੱਟ ਬਜਟ ਦੇ ਵਿੱਚ। ਜੀ ਬਿਲਕੁਲ, ਤੁਸੀਂ ਇੱਥੇ ਇੰਟਰਵਿਊ ਦੀ ਗੱਲ ਕੀਤੀ ਹੈ, ਤਾਂ ਕਈ ਆਪਾਂ ਸਾਡੇ ਕੋਲ ਸਵਾਲ ਵੀ ਆਉਂਦੇ ਨੇ ਕਿ ਜੀ ਇੰਟਰਵਿਊ ਨੂੰ ਲੈ ਕੇ ਵੀ ਬਹੁਤ ਘਬਰਾ ਜਾਂਦੇ ਨੇ ਕੁਝ ਸਟੂਡੈਂਟਸ, ਤਾਂ ਮੈਂ ਉਹ ਵੀ ਜਾਣਨਾ ਚਾਹੂੰਗੀ, ਤੁਸੀਂ ਕਿਹਾ ਕਿ ਤੁਹਾਡੇ ਵੱਲੋਂ ਤਿਆਰੀ ਵੀ ਕਰਵਾਈ ਜਾਂਦੀ ਹੈ, ਤਾਂ ਨਾਰਮਲੀ ਅਗਰ ਦੇਖੀਏ ਕਿੰਨੇ ਕੁ ਟਾਈਮ ਵਿੱਚ ਸਟੂਡੈਂਟ ਜੋ ਹੈ ਤਿਆਰ ਹੋ ਜਾਂਦਾ ਇੰਟਰਵਿਊ ਲਈ? ਕਿਉਂਕਿ ਹਰ ਇੱਕ ਨੂੰ ਲੱਗਦਾ ਹੈ, ਬਹੁਤ ਵੱਡੀ ਗੱਲ ਲੱਗਦੀ ਹੈ ਕਿ ਅਸੀਂ ਜਾਵਾਂਗੇ, ਸਾਡੀ ਇੰਟਰਵਿਊ ਹੋਏਗੀ, ਕੀ ਪੁੱਛਿਆ ਜਾਏਗਾ, ਅਸੀਂ ਕੀ ਜਵਾਬ ਦੇਵਾਂਗੇ, ਕਿਸ ਤਰੀਕੇ ਨਾਲ ਤਿਆਰੀ ਕਰਾਈ ਜਾਂਦੀ ਹੈ? ਜੀ ਦੇਖੋ, ਵੀਜ਼ਾ ਆਫਿਸਰ ਜਾਂ ਇਮੀਗ੍ਰੇਸ਼ਨ ਦਾ ਕੁਝ ਪਤਾ ਨਹੀਂ ਹੁੰਦਾ, ਤੁਹਾਡੇ ਤੋਂ ਕੁਝ ਵੀ ਪੁੱਛ ਸਕਦੇ ਨੇ, ਯੂ ਨੈਵਰ ਨੋ। ਲੇਕਿਨ ਸਾਡੀ ਕੋਸ਼ਿਸ਼ ਰਹਿੰਦੀ ਕਿ ਇੱਕ ਐਜ਼ ਅ ਸਟੂਡੈਂਟ ਜਦੋਂ ਤੁਸੀਂ ਵੀਜ਼ਾ ਆਫਿਸਰ ਦੇ ਸਾਹਮਣੇ ਖੜੇ ਹੋ ਤੇ ਉਹ ਤੁਹਾਡੇ ਕੋਲ ਕੀ ਪੁੱਛ ਸਕਦਾ, ਉਹ ਪੁੱਛ ਸਕਦਾ ਕਿ ਤੁਸੀਂ ਕਿਉਂ ਉੱਥੇ ਪੜਨ ਜਾਣਾ ਚਾਹੁੰਦੇ ਹੋ, ਤੁਹਾਨੂੰ ਆਪਣੀ ਹੋਮ ਕੰਟਰੀ ਦੇ ਵਿੱਚ ਕਿਉਂ ਨਹੀਂ ਇਦਾਂ ਦੇ ਕੋਰਸਿਸ ਮਿਲੇ ਕਿ ਤੁਸੀਂ ਇੱਥੇ ਕਰੋ, ਤੁਹਾਡੇ ਬਾਹਰ ਜਾਣ ਦਾ ਮੋਟਿਵ ਕੀ ਹੈ, ਤੁਸੀਂ ਉੱਥੇ ਪੜ੍ਹਾਈ ਕਰਨ ਤੋਂ ਬਾਅਦ ਕੀ ਕਰਨਾ ਹੈ, ਤੁਸੀਂ ਆਪਣੀ ਹੋਮ ਕੰਟਰੀ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਹੋ, ਨਹੀਂ ਆਉਣਾ ਚਾਹੁੰਦੇ ਹੋ, ਇਹਦੇ ਤੁਹਾਡਾ ਸੋਰਸ ਆਫ ਇਨਕਮ ਕੀ ਹੈ, ਕੌਣ ਤੁਹਾਨੂੰ ਪਿੱਛੋਂ ਸਪੋਰਟ ਕਰੂਗਾ, ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਪ੍ਰਪੇਅਰ ਕਰਵਾਉਂਦੇ ਆ। ਏਦਾਂ ਨਹੀਂ ਹੈ ਕਿ ਬਸ ਤੁਹਾਨੂੰ ਇੱਕ ਪੇਪਰ ਕੁਐਸਚਨ ਹੈ, ਪੇਪਰ ਪਕੜਾਇਆ 10 ਉੱਥੇ ਕੁਐਸਚਨ ਹੈਗੇ ਨੇ ਤੁਸੀਂ ਉਹੀ ਰੱਟਣੇ, ਏਦਾਂ ਕੁਝ
ਨਹੀਂ ਹੈ। ਪ੍ਰੋਪਰ ਇੱਕ ਮੌਕ ਇੰਟਰਵਿਊ ਵੀ ਤੁਹਾਡਾ ਕੰਡਕਟ ਕੀਤਾ ਜਾਏਗਾ ਜਿਸ 'ਚ ਤੁਹਾਡੇ ਕੌਨਫੀਡੈਂਸ ਲੈਵਲ ਅਸੀਂ ਬਿਲਡ ਕਰਾਂਗੇ। ਸੋ ਕਿਉਂਕਿ ਦੇਖੋ ਜਵਾਬ ਤਾਂ ਕਦੇ ਕਦੇ ਪਤਾ ਹੁੰਦੇ ਨੇ, ਲੇਕਿਨ ਹੁੰਦਾ ਇੱਕ ਵਾਰੀ ਜਦੋਂ ਆਫਿਸਰ ਸਾਹਮਣੇ ਆ ਕੇ ਖੜਾ ਹੋ ਕੇ ਸਾਡੇ ਤੋਂ ਪੁੱਛਦਾ ਤੇ ਬਹੁਤ ਇਦਾਂ ਦੇ ਬੱਚੇ ਨੇ ਜਿਹੜੇ ਪੈਨਿਕ ਕਰ ਜਾਂਦੇ ਨੇ, ਔਰ ਜਿਹੜੇ ਜਿਨ੍ਹਾਂ ਨੂੰ ਇੰਨਾ ਕੌਨਫੀਡੈਂਸ ਹੀ ਨਹੀਂ ਆਉਂਦਾ ਕਿ ਅਸੀਂ ਇਹਦਾ ਜਵਾਬ ਸਾਨੂੰ ਪਤਾ ਹੈ ਲੇਕਿਨ ਅਸੀਂ ਕਿਵੇਂ ਦੇਣਾ ਹੈ, ਰਾਈਟ। ਤੇ ਉਹ ਚੀਜ਼ ਤੋਂ ਵੀ ਓਵਰਕਮ ਸਾਡੀ ਜਿਹੜੇ ਐਕਸਪਰਟਸ ਨੇ ਉਹ ਕਰਨਗੇ ਤੁਹਾਨੂੰ ਕਿ ਤੁਸੀਂ ਐਮਬੈਸੀ ਦੇ ਵਿੱਚ ਕਿਵੇਂ ਉੱਥੇ ਇੰਟਰਵਿਊ ਦੇਣਾ, ਕਿਵੇਂ ਤੁਹਾਡੀ ਪਰਸਨੈਲਿਟੀ ਪ੍ਰੋਪਰ ਲੱਗਣੀ ਚਾਹੀਦੀ। ਤੁਸੀਂ ਐਜ਼ ਅ ਸਟੂਡੈਂਟ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ, ਤੁਸੀਂ ਪ੍ਰੋਪਰ ਕੌਨਫੀਡੈਂਟ ਹੋ ਕੇ ਉੱਥੇ ਜਾਓ ਆਪਣਾ ਇੰਟਰਵਿਊ ਦੇਣ। ਸੋ ਉਹ ਸਾਰੀਆਂ ਚੀਜ਼ਾਂ ਦੀ ਪ੍ਰਿਪਰੇਸ਼ਨ ਅਸੀਂ ਕਰਵਾਵਾਂਗੇ, ਕਿਉਂਕਿ ਐਮਬੈਸੀ ਕਦੇ ਵੀ ਨਹੀਂ ਤੁਹਾਡੇ ਤੋਂ ਮੰਗਦੀ ਜੇ ਤੁਸੀਂ ਉੱਥੇ ਕੋਈ ਕੋਰਸ ਕਰਨ ਜਾ ਰਹੇ ਹੋ ਤਾਂ ਤੁਹਾਡੇ ਕੋਲ ਆਇਲਸ ਹੋਣਾ ਚਾਹੀਦਾ ਜਾਂ ਤੁਹਾਡੇ ਕੋਲ ਪੀਟੀ ਜਾਂ ਟੋਫਲ ਹੋਣਾ ਚਾਹੀਦਾ। ਵਿਦਆਊਟ ਆਇਲਸ ਵੀ ਇੱਦਾਂ ਦੇ ਕੋਰਸਿਸ ਹੈਗੇ ਨੇ। ਆਇਲਸ ਦੀ ਵੇਵ ਆਫ ਹੈ, ਲੇਕਿਨ ਜੇ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਸਹੀ ਤਰੀਕੇ ਨਾਲ ਦਿੰਦੇ ਹੋ ਤੇ ਕਾਫੀ ਹੱਦ ਤੱਕ ਵੀਜ਼ਾ ਲੱਗਣ ਦੇ ਚਾਂਸਸ ਹੋ ਜਾਂਦੇ ਨੇ। ਔਰ ਇਸ ਟਾਈਮ USA ਦਾ ਵੀ ਸਕਸੈਸ ਰੇਟ ਜਿਹੜਾ ਕਾਫੀ ਅੱਛਾ ਚੱਲ ਰਿਹਾ। ਉਹੀ ਗੱਲ ਹੈ ਕਿ ਕੋਵਿਡ ਦੇ ਵਿੱਚ ਕਾਫੀ ਕੰਟਰੀਜ਼ ਨੂੰ ਨੁਕਸਾਨ ਹੋਇਆ ਐਂਡ ਇੰਟਰਨੈਸ਼ਨਲ ਸਟੂਡੈਂਟ ਹੀ ਜਿਹੜਾ ਹੈਗਾ ਸਭ ਤੋਂ ਵੱਡਾ ਰੈਵਨਿਊ ਕ੍ਰੀਏਟ ਕਰਦਾ ਹੈ ਹਰ ਕੰਟਰੀ ਦੇ ਲਈ। ਸੋ ਅੱਜ ਦੀ ਡੇਟ ਦੇ ਵਿੱਚ ਹਰ ਕੰਟਰੀ ਸਟੂਡੈਂਟ ਨੂੰ ਇਨਵਾਈਟ ਕਰਨਾ ਚਾਹੁੰਦੀ ਹੈ, ਪ੍ਰੋਟੋਕੋਲਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਖਾਸ ਕਰਕੇ ਕੋਵਿਡ ਨੂੰ। ਸੋ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਹੁਣ ਕੋਵਿਡ ਦੀ ਥਰਡ ਵੇਵ ਹੈ, ਰਿਸਟ੍ਰਿਕਸ਼ਨਸ ਲੱਗ ਜਾਣਗੀਆਂ ਜਾਂ ਬੈਨ ਲੱਗ ਜਾਏਗਾ ਜਾਂ ਬੰਦ ਹੋ ਜਾਣਗਾ, ਇੱਦਾਂ ਦਾ ਕੋਈ ਪ੍ਰੋਬਲਮ ਹੁਣ ਨਹੀਂ ਆਏਗੀ। ਸਭ ਕੁਝ ਓਪਨ ਰਹੇਗਾ, ਲੇਕਿਨ ਕੋਵਿਡ ਦੇ ਪ੍ਰੋਟੋਕੋਲਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਸੋ ਅਫਵਾਹਾਂ ਤੋਂ ਬਚੋ ਔਰ ਆਪਣੇ ਬਾਹਰ ਜਾਣ ਦਾ ਸੁਪਨਾ ਜਿਹੜਾ ਉਹ ਸਾਕਾਰ ਕਰੋ। ਜੀ, ਸੋ ਇੱਕ ਵਾਰ ਫਿਰ ਤੁਹਾਨੂੰ ਦੱਸਦਾ ਕਿ ਸਟਾਰ ਫਿਊਚਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ, ਸੈਕਟਰ 70 ਮੁਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜੋ ਇੱਥੇ ਆ ਸਕਦੇ ਹੋ ਤਾਂ ਕਿ ਡਿਟੇਲ ਵਿੱਚ ਤੁਸੀਂ ਗੱਲਾਂ ਸਮਝ ਸਕੋ ਕਿ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਹੜੀ ਆਪਸ਼ਨ ਤੁਹਾਡੇ ਲਈ ਬੈਸਟ ਰਹਿਣ ਵਾਲੀ ਹੈ। ਲਗਾਤਾਰ ਜੋ ਹੈ ਨੰਬਰ ਵੀ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ, ਤੁਸੀਂ ਇਸ ਦੇ ਉੱਪਰ ਕਾਲ ਕਰਕੇ ਵੀ ਸਲਾਹ ਜ਼ਰੂਰ ਲੈ ਸਕਦੇ ਹੋ, ਅਪਾਇੰਟਮੈਂਟ ਲੈ ਕੇ ਆਓ, ਕਿਉਂਕਿ ਜ਼ਿਆਦਾਤਰ ਜਿਵੇਂ ਸ਼ੋਅ ਵੇਖਦੇ ਆ ਸਟੂਡੈਂਟਸ ਜਾਂ ਪੇਰੈਂਟਸ ਨੂੰ ਉਹਨਾਂ ਨੂੰ ਹੁੰਦਾ ਕਿ ਡਾਇਰੈਕਟਲੀ ਤੁਹਾਨੂੰ ਹੀ ਮਿਲਿਆ ਜਾਏ। ਸੋ ਤੁਸੀਂ ਕੀ ਹਮੇਸ਼ਾ ਅਵੇਲੇਬਲ ਹੁੰਦੇ ਹੋ ਤਾਂ ਕਿ ਸਟੂਡੈਂਟਸ ਆਉਣ ਤੇ ਤੁਹਾਡੇ ਨਾਲ ਹੀ ਡਿਸਕਸ ਕਰਨ? ਡੈਫੀਨੇਟਲੀ ਜੇ ਕੋਈ ਸਟੂਡੈਂਟ ਸਾਨੂੰ ਮਿਲਣਾ ਚਾਹੁੰਦੇ ਨੇ, ਸੀਨੀਅਰ ਕਾਉਂਸਲਰ ਨੂੰ ਮਿਲ ਕੇ ਉਹ ਜ਼ਰੂਰ ਮੈਨੂੰ ਮਿਲ ਸਕਦੇ ਨੇ। ਅਸੀਂ ਆਫਿਸ ਦੇ ਵਿੱਚ ਹੀ ਮੈਂ ਹੁੰਨੀ ਆ, ਮੇਰੀ ਇੱਦਾਂ ਕੋਈ ਹੋਰ ਬ੍ਰਾਂਚ ਨਹੀਂ ਹੈ ਕਿ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਈ ਯੂਜ਼ ਟੂ ਵਿਜ਼ਿਟ ਸੋ ਆਫਨ। ਸੋ ਮੈਂ ਹਮੇਸ਼ਾ ਮੁਹਾਲੀ ਆਫਿਸ ਦੇ ਵਿੱਚ ਹੀ ਹੁੰਨੀ ਆ। ਤੁਸੀਂ ਕਦੇ ਵੀ ਕਾਲ ਕਰਕੇ ਅਪਾਇੰਟਮੈਂਟ ਜ਼ਰੂਰ ਲੈ ਕੇ ਆਓ ਕਿ ਇਸ ਟਾਈਮ ਅਸੀਂ ਇਸ ਦਿਨ ਪਹੁੰਚਣਾ ਚਾਹੁੰਦੇ ਹਾਂ ਤੇ ਅਸੀਂ ਮੈਡਮ ਨੂੰ ਵੀ ਮਿਲਣਾ ਆ। ਕਾਲ ਕਰੋ ਔਰ ਜੋ ਵੀ ਡਾਕੂਮੈਂਟਸ ਆਪਣੇ ਡਾਕੂਮੈਂਟਸ ਨਾਲ ਲੈ ਕੇ ਆਓ, ਕਿਉਂਕਿ ਤੁਹਾਡੇ ਪ੍ਰੋਫਾਈਲ ਦੇਖ ਕੇ ਹੀ ਅਸੀਂ ਤੁਹਾਨੂੰ ਸਹੀ ਤਰੀਕੇ ਨਾਲ ਕੰਟਰੀ ਸੁਜੈਸਟ ਕਰ ਸਕਦੇ ਹਾਂ, ਕਿਉਂਕਿ ਹਰ ਤਰੀਕੇ ਦੇ ਆਪਸ਼ਨ ਸਾਡੇ ਕੋਲ ਅਵੇਲੇਬਲ ਨੇ। ਦੇਖੋ ਹੁਣ ਜੇ ਅਸੀਂ ਵਿਦ ਆਇਲਸ ਦੀ ਗੱਲ ਕਰੀਏ, ਕੈਨੇਡਾ ਰਿਫਿਊਜ਼ ਕੇਸਿਸ, ਇੰਨੇ ਕੇਸਿਸ ਰਿਫਿਊਜ਼ ਹੋਏ ਨੇ, ਤੁਹਾਨੂੰ ਬਾਰ-ਬਾਰ ਰੀਅਪਲਾਈ ਕਰਕੇ ਆਪਣੀ ਪ੍ਰੋਫਾਈਲ ਖਰਾਬ ਨਹੀਂ ਕਰਨੀ ਚਾਹੀਦੀ। ਉਹ ਕੇਸਿਸ ਤੁਸੀਂ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰੋ, 99% ਸਕਸੈਸ ਰੇਟ ਤੁਹਾਨੂੰ ਮਿਲੇਗਾ। ਇਸ ਤੋਂ ਇਲਾਵਾ ਜਿਹੜੇ ਵਿਦਆਊਟ ਆਇਲਸ ਬੱਚੇ ਨੇ ਜਾਂ ਜਿਨ੍ਹਾਂ ਦਾ ਆਇਲਸ ਖਤਮ ਹੋ ਚੁੱਕਿਆ, ਦੁਬਾਰਾ ਨਹੀਂ ਕਰਨਾ ਚਾਹੁੰਦੇ, USA ਅਪਲਾਈ ਕਰ ਸਕਦੇ ਹੋ, 99.9% ਸਕਸੈਸ ਰੇਟ ਤੁਹਾਨੂੰ ਮਿਲੇਗਾ। ਇਸ ਤੋਂ ਇਲਾਵਾ ਵੀ ਮੈਮ ਇਸ ਤੋਂ ਜਿਹੜੇ ਹੋਰ ਕੇਸਿਸ ਹੈਗੇ ਨੇ, ਜਿਹੜੇ ਬਿਲਕੁਲ ਆਇਲਸ ਨਹੀਂ ਕਰ ਰਹੇ ਜਾਂ ਜਿਹੜੇ ਇੰਟਰਵਿਊ ਵੀ ਨਹੀਂ ਦੇ ਸਕਦੇ ਜਾਂ ਜਿਹੜੇ ਸਿਰਫ ਕੰਮ ਹੀ ਕਰਨ ਜਾਣਾ ਚਾਹੁੰਦੇ ਨੇ, ਸ਼ੈਨਗਨ ਜਾਣਾ ਚਾਹੁੰਦੇ ਨੇ, ਕੰਮ ਕਰਨ ਵਾਸਤੇ ਜਾਣਾ ਚਾਹੁੰਦੇ ਨੇ, ਤੇ ਉਹਨਾਂ ਵਾਸਤੇ ਵੀ ਸਾਡੇ ਕੋਲ ਡੈਨਮਾਰਕ ਦਾ ਔਨ ਜੌਬ ਟ੍ਰੇਨਿੰਗ ਵੀਜ਼ਾ ਹੈਗਾ, ਜਿਹਦੇ ਤੁਸੀਂ ਕੰਮ ਦੇ ਨਾਲ ਨਾਲ ਕਮਾ ਵੀ ਸਕਦੇ ਹੋ। ਇਹਦੇ ਵੀ ਤੁਹਾਡਾ 10 ਤੋਂ 12 ਸਾਲ ਦਾ ਗੈਪ ਚੱਲ ਸਕਦਾ, ਉਮਰ ਜਿਹੜੀ ਹੈ ਤੁਹਾਡੀ 30 ਤੋਂ 32 ਸਾਲ ਦੀ ਹੋਣੀ ਚਾਹੀਦੀ। ਇਹਦੇ ਵਿੱਚ ਵੀ ਜਿਹੜਾ ਡੈਨਮਾਰਕ ਦੇ ਵਿੱਚ ਇੱਕ ਵਰਕ ਪਰਮਿਟ ਦੇ ਤੌਰ ਤੇ ਜਿਹੜਾ ਇੱਕ ਔਨ ਜੌਬ ਟ੍ਰੇਨਿੰਗ ਦੇ ਤੌਰ ਤੇ ਤੁਸੀਂ ਜਾਓਗੇ, ਲੇਕਿਨ ਆਇਲਸ ਦੇ ਵਿੱਚ ਜਿਹੜੇ ਘੱਟ ਤੋਂ ਘੱਟ 3.5 ਬੈਂਡ ਜਰਨਲ ਦੇ ਵਿੱਚ ਹੋਣੇ ਚਾਹੀਦੇ। ਦੇਖੋ 3.5 ਬੈਂਡ ਲੈਣਾ ਕੋਈ ਔਖੀ ਗੱਲ ਨਹੀਂ ਹੈ, ਇੰਨੀ ਕੁ ਤੁਸੀਂ ਇੰਗਲਿਸ਼ +2 ਤੱਕ ਪੜ੍ਹੀ ਹੀ ਹੁੰਦੀ ਹੈ, ਇੱਕ ਬੇਸਿਕ ਇੰਗਲਿਸ਼ ਜਿਹੜੀ ਹੁੰਦੀ ਹੈ, ਔਰ ਇੰਨੇ ਕੁ ਬੈਂਡ ਰਿਕੁਆਇਰਮੈਂਟ ਤੁਸੀਂ ਬਹੁਤ ਈਜ਼ੀਲੀ ਪੂਰੀ ਕਰ ਲੈਂਦੇ ਹੋ। ਚਾਹੇ ਤੁਸੀਂ 8ਵੀਂ ਪਾਸ ਹੋ, 10ਵੀਂ ਪਾਸ ਹੋ, +2 ਪਾਸ ਹੋ, ਹਰ ਤਰੀਕੇ ਦਾ ਕੈਂਡੀਡੇਟ ਜਿਹੜਾ ਐਲੀਜੀਬਲ ਹੈਗਾ ਡੈਨਮਾਰਕ ਔਨ ਜੌਬ ਟ੍ਰੇਨਿੰਗ ਵੀਜ਼ਾ ਦੇ ਲਈ। ਤੇ ਮੈਂ ਇੱਥੇ ਤੁਹਾਨੂੰ ਰੋਕਣਾ ਚਾਹਾਂਗੀ, ਤੁਸੀਂ ਔਨ ਜੌਬ ਟ੍ਰੇਨਿੰਗ ਵੀਜ਼ਾ ਦੀ ਗੱਲ ਕਰ ਰਹੇ ਹੋ, ਕਿ ਇਹਦੇ ਲਈ ਕੋਈ ਐਕਸਪੀਰੀਅੰਸ ਵੀ ਪਹਿਲਾਂ ਤੋਂ ਚਾਹੀਦਾ ਹੋਏਗਾ ਅਪਲਾਈ ਕਰਨ ਦੇ ਲਈ? ਨਹੀਂ, ਇਹਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਚਾਹੀਦਾ ਔਨ ਜੌਬ ਟ੍ਰੇਨਿੰਗ ਵੀਜ਼ਾ ਦੇ ਲਈ, ਕਿਉਂਕਿ ਜਿਹੜਾ ਕੰਮ ਇਹਨਾਂ ਦਾ ਹੈਗਾ, ਟ੍ਰੇਨਿੰਗ ਜਿਹੜਾ ਪਰਪਸ ਇਹਨਾਂ ਦਾ ਉਹ ਫਾਰਮਿੰਗ ਦੇ ਵਿੱਚ ਹੀ ਹੈਗਾ। ਔਰ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਹਰ ਕੋਈ ਬੱਚਾ ਇੱਕ ਫਾਰਮਿੰਗ ਐਗਰੀਕਲਚਰ ਦੇ ਨਾਲ ਜੁੜਿਆ ਹੀ ਹੁੰਦਾ ਹੈ। ਸੋ ਉਹ ਚੀਜ਼ ਨੂੰ ਅਸੀਂ ਐਕਸਪਲੇਨ ਕਰਦੇ ਹਾਂ। ਔਰ 101% ਵੀਜ਼ਾ ਜਿਹੜਾ ਇਹਦੇ ਵਿੱਚ ਸ਼ੋਰ ਸ਼ਾਰਟ ਹੈ, ਕਿਸੇ ਤਰੀਕੇ ਦੀ ਕੋਈ ਵੀ ਰਿਜੈਕਸ਼ਨ ਹੁਣ ਤੱਕ ਨਹੀਂ ਹੈ ਡੈਨਮਾਰਕ ਦੇ ਵਿੱਚ ਔਨ ਜੌਬ ਟ੍ਰੇਨਿੰਗ ਵੀਜ਼ਾ ਦੇ ਲਈ। ਔਰ
ਬਜਟ ਜਿਹੜਾ ਹੈਗਾ ਬਹੁਤ ਹੀ ਘੱਟ ਹੈ ਇਹਦੇ ਵਿੱਚ। ਕੋਈ ਇਹ ਨਹੀਂ ਕਿ ਤੁਸੀਂ 15 16 ਲੱਖ ਰੁਪਏ ਲੈ ਕੇ ਜਾਂ 12 ਲੱਖ ਰੁਪਏ ਲਗਾ ਕੇ ਜਾਓ, ਉਸ ਤੋਂ ਵੀ ਬਹੁਤ ਘੱਟ ਬਜਟ ਹੈ ਸ਼ੈਨਗਨ ਦੇ ਵਿੱਚ। ਜੇ ਸ਼ੈਨਗਨ ਕਿਸੇ ਨੂੰ ਨਹੀਂ ਪਤਾ, ਸਭ ਨੂੰ ਪਤਾ ਕਿ 28 ਕੰਟਰੀਆਂ ਦਾ ਇੱਕ ਸਮੂਹ ਹੈਗਾ, ਜਰਮਨ, ਫਰਾਂਸ, ਸਪੇਨ, ਇਟਲੀ, ਲਾਤਵੀਆ, ਇਹ ਸਾਰੀਆਂ ਜਿਹੜੀ ਕੰਟਰੀਜ਼ ਹੈਗੀਆਂ ਸ਼ੈਨਗਨ ਦੇ ਅੰਡਰ ਹੀ ਆਉਂਦੀਆਂ, ਤੇ ਡੈਨਮਾਰਕ ਵੀ ਇਹਨਾਂ ਦਾ ਇੱਕ ਹਿੱਸਾ ਆ। ਯਾਨੀ ਕਿ ਜੇ ਤੁਹਾਨੂੰ ਡੈਨਮਾਰਕ ਦਾ ਵੀਜ਼ਾ ਲੱਗਦਾ ਤੇ ਜਰਮਨ, ਸਪੇਨ, ਫਰਾਂਸ, ਇਟਲੀ ਤੁਸੀਂ ਕਿਤੇ ਵੀ ਜਿਹੜਾ ਔਨ ਅਰਾਈਵਲ ਜਾ ਸਕਦੇ ਹੋ, ਤੁਹਾਨੂੰ ਵੀਜ਼ਾ ਦੀ ਲੋੜ ਨਹੀਂ ਹੈ ਟਰੈਵਲ ਕਰਨ ਵਾਸਤੇ। ਸੋ ਅੱਜ ਇਸ ਸ਼ੋਅ ਦੇ ਵਿੱਚ ਅਸੀਂ ਇੰਨੀਆਂ ਬੈਸਟ ਕੰਟਰੀਜ਼ ਮੈਨੂੰ ਲੱਗਦਾ ਅਸੀਂ ਡਿਸਕਸ ਕੀਤੀਆਂ ਨੇ ਕਿ ਇਹ ਤੁਹਾਡੇ ਲਈ ਹੁਣ ਗੋਲਡਨ ਓਪਰਚੁਨਿਟੀ ਹੈ ਵੀਜ਼ਾ ਅਪਲਾਈ ਕਰਨ ਦੀ, ਕਿਉਂਕਿ ਜੇ ਹੁਣ ਤੁਸੀਂ ਆਪਣਾ ਇਹ ਚਾਂਸ ਮਿਸ ਕਰਤਾ ਤੇ ਤੁਹਾਡਾ ਗੈਪ ਇੰਨਾ ਵੱਧ ਜਾਊਗਾ ਕਿ ਉਸ ਨੂੰ ਕਵਰ ਕਰਨਾ ਜਾਂ ਜਸਟੀਫਾਈ ਕਰਨਾ ਤੁਹਾਡੇ ਲਈ ਵੀ ਪ੍ਰੋਬਲਮ ਹੈ ਔਰ ਸਾਡੇ ਲਈ ਵੀ ਪ੍ਰੋਬਲਮ ਹੈ। ਬਿਲਕੁਲ ਬਿਲਕੁਲ। ਸੋ ਪੰਜਾਬ ਸਰਕਾਰ ਮਾਨਤਾ ਪ੍ਰਾਪਤ ਕੰਪਨੀ ਹੈ, ਜਿਸ ਤਰੀਕੇ ਨਾਲ ਪ੍ਰੋਫਾਈਲ ਹੈਗਾ ਹੈ ਸਾਡੇ ਕੋਲ ਹਰ ਤਰੀਕੇ ਦੀ ਆਪਸ਼ਨਸ ਜਿਹੜੀਆਂ ਨੇ ਤੁਹਾਡੇ ਲਈ ਅਵੇਲੇਬਲ ਨੇ ਤੁਹਾਡਾ ਸੁਪਨਾ ਪੂਰਾ ਕਰਨ ਦੇ ਲਈ। ਜੀ ਬਿਲਕੁਲ। ਸੋ ਆਪਾਂ ਜਿਵੇਂ ਕਿ ਡਿਸਕਸ ਕੀਤਾ ਕਿ ਅਗਰ ਕੈਨੇਡਾ ਤੋਂ ਰਿਫਿਊਜ਼ਲ ਲੱਗ ਚੁੱਕੀ ਹੈ ਤਾਂ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ, ਔਰ ਇਸ ਦੇ ਇਲਾਵਾ ਜੇਕਰ ਵਿਦਆਊਟ ਆਇਲਸ ਤੁਸੀਂ ਅਪਲਾਈ ਕਰਨਾ ਚਾਹੁੰਦੇ ਤਾਂ ਯੂਐਸ ਇੱਕ ਬਹੁਤ ਅੱਛੀ ਆਪਸ਼ਨ ਹੈ, ਜਿਸ ਦੀ ਇੰਟਰਵਿਊ ਦੀ ਤਿਆਰੀ ਵੀ ਜੋ ਹੈ ਸਟਾਰ ਫਿਊਚਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਤੁਹਾਨੂੰ ਕਰਵਾਈ ਜਾਂਦੀ ਹੈ। ਤੇ ਦੂਜੇ ਪਾਸੇ ਜਿਹੜੇ ਟੋਟਲੀ ਜੋ ਹੈ ਆਪਣੇ ਕੰਮ ਤੇ ਫੋਕਸ ਕਰਕੇ ਅਪਲਾਈ ਕਰਨਾ ਚਾਹੁੰਦੇ ਤਾਂ ਤੁਹਾਨੂੰ ਡੈਨਮਾਰਕ ਦੇ ਔਨ ਜੌਬ ਟ੍ਰੇਨਿੰਗ ਵੀਜ਼ਾ ਬਾਰੇ ਵੀ ਦੱਸਿਆ ਗਿਆ। ਸੋ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਜ਼ਰੂਰ ਜੋ ਨੰਬਰ ਦਿੱਤਾ ਹੈ ਇਸ ਉੱਪਰ ਕਾਲ ਕਰਕੇ ਸਵਾਲ ਦਾ ਜਵਾਬ ਜ਼ਰੂਰ ਲੈ ਸਕਦੇ ਹੋ, ਤਾਂ ਕਿ ਕੋਈ ਵੀ ਗੱਲ ਇਹ ਨਾ ਹੋਵੇ ਕਿ ਸਾਨੂੰ ਕਲੀਅਰ ਨਹੀਂ ਹੋਈ, ਕਿਉਂਕਿ ਸਾਡਾ ਇਹ ਸ਼ੋਅ ਲੈ ਕੇ ਆਉਣ ਦਾ ਮਕਸਦ ਇਹੀ ਹੁੰਦਾ ਕਿ ਜੋ ਤੁਹਾਡੇ ਨਾਲ ਜੁੜੀਆਂ ਆਪਸ਼ਨਸ ਨੇ ਉਹਨਾਂ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਲੀਅਰ ਕਰ ਸਕੀਏ, ਤਾਂ ਕਿ ਤੁਹਾਨੂੰ ਵੀ ਪਤਾ ਹੋਵੇ, ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾਓ ਤੁਹਾਨੂੰ ਪਤਾ ਹੋਵੇ ਕਿ ਕਿਹੜੀ ਆਪਸ਼ਨਸ ਅਵੇਲੇਬਲ ਨੇ, ਤਾਂ ਕਿ ਤੁਸੀਂ ਆਪਣੀ ਪ੍ਰੋਫਾਈਲ ਦੇ ਨਾਲ ਮੈਚ ਕਰਕੇ ਉਹ ਡਿਸਕਸ ਕਰ ਸਕੋ। ਇੱਥੇ ਮੈਂ ਇੱਕ ਪੁਆਇੰਟ ਆਸਟ੍ਰੇਲੀਆ ਬਾਰੇ ਜ਼ਰੂਰ ਡਿਸਕਸ ਕਰਨਾ ਚਾਹੂੰਗੀ ਕਿ ਜ਼ਿਆਦਾਤਰ ਸਟੂਡੈਂਟ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ, ਔਰ ਬਾਰ-ਬਾਰ ਮੈਂ ਇਸ ਕੋਸ਼ਿਸ਼ ਕਰਦੀ ਹਾਂ ਕਿ ਇਸ ਸ਼ੋਅ ਦੇ ਜ਼ਰੀਏ ਸਵਾਲ ਕਲੀਅਰ ਕੀਤਾ ਜਾਏ ਕਿ ਆਸਟ੍ਰੇਲੀਆ ਦੀ ਪੀਆਰ ਨੂੰ ਲੈ ਕੇ ਬਹੁਤ ਵੱਡਾ ਸਵਾਲ ਰਹਿੰਦਾ ਸਟੂਡੈਂਟਸ ਦੇ ਮਨ ਵਿੱਚ ਕਿ ਸਟੱਡੀ ਵੀਜ਼ਾ ਤੇ ਤਾਂ ਅਸੀਂ ਚਲੇ ਜਾਂਦੇ ਹਾਂ, ਲੇਕਿਨ ਬਾਅਦ ਵਿੱਚ ਜੋ ਹੈ ਦਿੱਕਤ ਆਉਂਦੀ ਹੈ ਪੀਆਰ ਨੂੰ ਲੈ ਕੇ। ਦੇਖੋ ਇਹ ਖਾਸ ਤੌਰ ਤੇ ਸਾਰੇ ਸਟੂਡੈਂਟਸ ਨੂੰ ਇਹ ਸਵਾਲ ਰਹਿੰਦਾ ਹੈ ਜੀ, ਔਰ ਇਹਦਾ ਇੱਕ ਬੜਾ ਇੱਕ ਜਵਾਬ ਇਹਦਾ ਇਹ ਹੈ ਕਿ ਪਹਿਲਾਂ ਉਹ ਟਾਈਮ ਅਲੱਗ ਸੀਗਾ ਜਦੋਂ ਸਟੂਡੈਂਟ ਹਰ ਤਰੀਕੇ ਦੇ ਕੋਰਸਿਸ ਦੇ ਵਿੱਚ ਜਾ ਰਿਹਾ ਸੀ, ਇਰੈਲੇਵੈਂਟ ਕੋਰਸਿਸ ਸੀਗੇ, ਇੱਥੇ ਕੁਝ ਕੀਤਾ ਉੱਥੇ ਕੁਝ ਕਰ ਰਹੇ ਨੇ, ਐਂਡ ਮੋਰ ਓਵਰ ਉੱਥੇ ਜੇ ਉਹ ਬਿਜ਼ਨਸ ਦੇ ਕੋਰਸ ਦੇ ਵਿੱਚ ਜਾ ਰਹੇ ਨੇ ਤੇ ਐਕਸਪੀਰੀਅੰਸ ਉਹਨਾਂ ਨੂੰ ਟੈਕਸੀ ਦਾ ਹੈਗਾ ਆ, ਤੇ ਉਸ ਕੇਸ ਦੇ ਵਿੱਚ ਵੀਜ਼ਾ ਆਫਿਸਰ ਦੇ ਲਈ ਤੁਹਾਨੂੰ ਪੀਆਰ ਦੇਣਾ ਇੱਕ ਬਹੁਤ ਵੱਡਾ ਚੈਲੰਜ ਹੋ ਜਾਂਦਾ ਹੈ। ਪੀਆਰ ਦੇਖੋ ਉਦੋਂ ਹੀ ਮਿਲਦੀ ਹੈ ਜਦੋਂ ਤੁਹਾਡਾ ਵਰਕ ਐਕਸਪੀਰੀਅੰਸ ਤੁਹਾਡੇ ਰੈਲੀਵੈਂਟ ਹੋਵੇ ਤੁਹਾਡੀ ਪੜ੍ਹਾਈ ਦੇ ਨਾਲ, ਪੜ੍ਹੋ ਤੁਸੀਂ ਕੁਝ ਹੋਰ ਤੇ ਤੁਸੀਂ ਕੰਮ ਕਿਸੇ ਹੋਰ ਫੀਲਡ ਦੇ ਵਿੱਚ ਕਰੋ, ਔਰ ਆਇਲਸ ਦਾ ਸਕੋਰ ਵੀ ਉੱਥੇ ਨਹੀਂ ਆਵੇ, ਫਿਰ ਤੁਹਾਨੂੰ ਕਿਵੇਂ ਪੀਆਰ ਮਿਲ ਜਾਊਗੀ। ਸੋ ਇਦਾਂ ਦੀਆਂ ਅਫਵਾਹਾਂ ਤੋਂ ਬਚੋ ਕਿ ਪੀਆਰ 'ਚ ਪ੍ਰੋਬਲਮ ਹੈ। until unless ਤੁਸੀਂ ਆਪਣੀ ਪੀਆਰ ਦਾ ਕ੍ਰਾਈਟੇਰੀਆ ਫੁਲਫਿਲ ਕਰਦੇ ਹੋ ਤੇ ਤੁਹਾਨੂੰ ਪੀਆਰ ਦੇਣ ਦੇ ਵਿੱਚ ਕੋਈ ਵੀ ਕੰਟਰੀ ਮਨਾ ਨਹੀਂ ਕਰਦੀ, ਔਰ ਕੈਨੇਡਾ ਵੀ ਇਦਾਂ ਹੀ ਹੈ। ਬੱਚੇ ਉੱਥੇ ਜਾ ਕੇ ਆਇਲਸ ਕਰਦੇ ਨੇ, ਉਹਨਾਂ ਦੇ ਬੈਂਡ ਹੀ ਨਹੀਂ ਆ ਪਾਉਂਦੇ। ਇਹ ਨਹੀਂ ਹੈਗਾ ਤੁਸੀਂ ਇੱਥੇ ਆਇਲਸ ਕਰ ਰਹੇ ਹੋ, ਤੁਹਾਡੇ 6 ਬੈਂਡ ਆ ਗਏ, ਵੀਜ਼ਾ ਮਿਲ ਗਿਆ, ਤੁਸੀਂ ਉੱਥੇ ਚਲੇ ਗਏ, ਉੱਥੇ ਜਾ ਕੇ ਵੀ ਤੁਹਾਨੂੰ ਪੀਆਰ ਵਾਸਤੇ ਆਇਲਸ ਕਰਨੀ ਹੀ ਪਊਗੀ। ਬਿਲਕੁਲ। ਇੰਡੀਆ ਤੋਂ ਵੀ ਜੇ ਤੁਸੀਂ ਪੀਆਰ ਅਪਲਾਈ ਕਰਦੇ ਹੋ ਤੁਹਾਡੇ 777 ਹੋਣੇ ਚਾਹੀਦੇ ਨੇ, ਉੱਥੇ ਜਾ ਕੇ ਵੀ ਤੁਹਾਡੇ ਇੰਨੇ ਹੋਣੇ ਚਾਹੀਦੇ ਤਾਂ ਹੀ ਪੀਆਰ ਜਲਦੀ ਮਿਲੂਗੀ। ਲੇਕਿਨ ਉੱਥੇ ਜਾ ਕੇ ਵੀ ਬੱਚੇ ਆਇਲਸ ਨਹੀਂ ਕਰ ਪਾਉਂਦੇ, ਕਿਉਂ? ਕਿਉਂਕਿ ਆਪਣੇ ਕਮਿਊਨੀਕੇਸ਼ਨ ਸਕਿੱਲਸ ਤੇ ਜਿਹੜਾ ਇਹ ਵਰਕ ਨਹੀਂ ਕਰਦੇ, ਉਹ ਆਪਣੇ ਹੀ ਪੰਜਾਬੀ ਸਰਕਲ ਦੇ ਵਿੱਚ ਰਹਿੰਦੇ ਨੇ, ਕਮਿਊਨੀਕੇਟ ਉਦਾਂ ਹੀ ਕਰਦੇ ਨੇ, ਆਪਣੀ ਲੈਂਗੁਏਜ ਨੂੰ ਇੰਪਰੂਵ ਨਹੀਂ ਕਰਦੇ, ਤੇ ਉਹਨਾਂ ਕੋਲ ਆਇਲਸ ਹੁੰਦੀ ਹੀ ਨਹੀਂ, ਜਿਸ ਕਰਕੇ ਉਹ ਬੈਂਡ ਨਹੀਂ ਲੈ ਪਾਉਂਦੇ ਔਰ ਉਹਨਾਂ ਨੂੰ ਪੀਆਰ ਨਹੀਂ ਮਿਲਦੀ। ਸੋ ਪੀਆਰ ਨਹੀਂ ਮਿਲਦੀ, ਇਹਦੇ ਵਿੱਚ ਐਪਲੀਕੈਂਟ ਦਾ ਪ੍ਰੋਫਾਈਲ ਬਹੁਤ ਮੈਟਰ ਕਰਦਾ ਹੈ, ਨਾ ਕਿ ਕੰਟਰੀਜ਼ ਤੁਸੀਂ ਕਹਿ ਸਕਦੇ ਹੋ ਰਿਸਪੌਂਸਿਬਲ ਹੈਗੀਆਂ ਨੇ ਕਿ ਉਹ ਪੀਆਰ ਨਹੀਂ ਦੇ ਰਹੀਆਂ। ਹਰ ਕੰਟਰੀ ਵਧੀਆ ਟੈਲੈਂਟ ਨੂੰ, ਵਧੀਆ ਐਜੂਕੇਟਿਡ ਬੰਦੇ ਨੂੰ ਵੈਲਕਮ ਕਰਦੀ ਹੈ ਆਪਣੀ ਕੰਟਰੀ ਨੂੰ ਸਰਵ ਕਰਨ ਦੇ ਲਈ, ਤੇ ਕੋਈ ਵੀ ਮਨਾ ਨਹੀਂ ਕਰਦਾ। ਸੋ ਇਹਨਾਂ ਅਫਵਾਹਾਂ ਤੋਂ ਜ਼ਰੂਰ ਬਚੋ। ਜੀ ਬਿਲਕੁਲ, ਮੈਨੂੰ ਪੂਰੀ ਉਮੀਦ ਹੈ ਕਿ ਸਵਾਲ ਜੋ ਹੈ ਸਟੂਡੈਂਟਸ ਦਾ ਜ਼ਰੂਰ ਕਲੀਅਰ ਹੋ ਚੁੱਕਿਆ ਹੋਏਗਾ। ਸੋ ਆਪਾਂ ਹਰ ਵਾਰੀ ਇਹੀ ਗੱਲ ਕਰਦੇ ਹਾਂ ਕਿ ਜੋ ਵੀ ਆਪਸ਼ਨ ਤੁਸੀਂ ਚੂਜ਼ ਕਰਦੇ ਹੋ, ਚਾਹੇ ਕੋਰਸ ਨੂੰ ਲੈ ਕੇ ਹੋਵੇ ਚਾਹੇ ਕੰਟਰੀ, ਤਾਂ ਰੈਲੀਵੈਂਟ ਹੋਣਾ ਕੋਰਸ ਦਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਉਹਨਾਂ ਚੀਜ਼ਾਂ ਨੂੰ ਫੁਲਫਿਲ ਹੀ ਨਹੀਂ ਕਰ ਪਾਓਗੇ ਤਾਂ ਕਿਵੇਂ ਜੋ ਹੈ ਤੁਸੀਂ ਉਸ ਦਿਸ਼ਾ ਵੱਲ ਵੱਧ ਸਕੋਗੇ। ਸੋ ਹਰ ਸ਼ੋਅ ਦਾ ਮਕਸਦ ਹੈ ਤੁਹਾਨੂੰ ਅਵੇਅਰ ਕਰੀਏ, ਤੁਹਾਨੂੰ ਇੱਕ ਗੱਲ ਦਾ ਪਤਾ ਹੋਵੇ। ਤੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸੁਨੇਹਾ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗੇ, ਤਾਂ ਕਿ ਸਟੂਡੈਂਟਸ ਜੋ ਹੈ ਨਵੇਂ ਸਾਲ ਵਿੱਚ ਨਵੀਂ એનર્ਜੀ ਦੇ ਨਾਲ ਅੱਗੇ ਵਧ ਰਹੇ ਨੇ ਤੇ ਪੋਜ਼ਿਟਿਵ ਹੋ ਕੇ ਹੀ ਅੱਗੋਂ ਵੀ ਰਾਤ ਤੁਰਦੇ ਜਾਣ। ਬਿਲਕੁਲ, ਬਹੁਤ ਪੋਜ਼ਿਟਿਵ ਕਰਨ ਦੀ ਜ਼ਰੂਰਤ ਹੈ ਜੀ, ਖਾਸ ਕਰਕੇ ਸਟੂਡੈਂਟਸ ਨੂੰ। ਸਟਾਰ ਫਿਊਚਰ ਇਮੀਗ੍ਰੇਸ਼ਨ ਦੇ ਉੱਪਰ ਟਰਸਟ ਰੱਖੋ, ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ, ਤੁਹਾਡੇ ਬਾਹਰ ਜਾਣ ਦਾ ਸੁਪਨਾ ਜ਼ਰੂਰ ਪੂਰੇ ਕਰਾਂਗੇ। ਤੇ
ਕੋਵਿਡ ਨੂੰ ਲੈ ਕੇ ਜੋ ਅਫਵਾਹਾਂ ਤੁਸੀਂ ਸੁਣ ਰਹੇ ਹੋ ਕਿ ਲੋਕਡਾਊਨ ਹੋ ਜਾਊਗਾ, ਬੈਨ ਹੋ ਜਾਊਗਾ, ਟਰੈਵਲ ਰਿਸਟ੍ਰਿਕਸ਼ਨਸ ਹੈ, ਐਦਾਂ ਦੇ ਕੋਈ ਗੱਲ ਨਹੀਂ ਹੈ ਜੀ। ਅਫਵਾਹਾਂ ਤੋਂ ਬਚੋ ਤੇ ਆਪਣੇ ਬਾਹਰ ਜਾਣ ਦਾ ਸੁਪਨਾ ਜਿਹੜਾ ਪੂਰਾ ਕਰੋ ਤੇ ਕਮਿੰਗ ਇਨਟੇਕ ਦੇ ਲਈ ਆਪਣੀ ਫਾਈਲ ਨੂੰ ਅਪਲਾਈ ਕਰਾਓ। ਜੀ, ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਿ ਤੁਸੀਂ ਇਹ ਬਹੁਤ ਵਧੀਆ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।